एक ਉਹਦਾ ਰਾਈਟ ਸੀਗਾ, ਉਹਨੇ ਆਪਣੇ ਦੇਸ਼ ਲਈ ਝੰਡੇ ਦਾ ਅਪਮਾਨ ਨਾ ਸਹਿ ਸਕਿਆ ਤੇ ਜਿਹਦੇ ਕਾਰਨ ਉਹਨੂੰ ਅੱਜ ਇਹ ਦਿਨ ਦੇਖਣੇ ਪੈ ਰਹੇ ਨੇ। ਬੋਲਣ ਦੇ ਲਈ, ਦੇਸ਼ ਦੇ ਲਈ ਬੋਲਣ ਦੇ ਲਈ ਉਹਨੂੰ ਆਹ ਸਜ਼ਾ ਦਿੱਤੀ ਗਈ ਕਿ ਉਹਨੂੰ ਸਿਡਨੀ ਦੀ ਜੇਲ੍ਹ 'ਚ ਸਟਾ ਦਿੱਤਾ। ਨਾ ਉਹਦੇ ਪਰਿਵਾਰ ਨੂੰ ਮਿਲਣ ਦਿੱਤਾ ਜਾ ਰਿਹਾ, ਨਾ ਹੀ ਕਿਸੇ ਲੋਕਾਂ ਨੂੰ ਉਹਦੇ ਨਾਲ ਮਿਲਣ ਦਿੱਤਾ ਜਾ ਰਿਹਾ। ਇਹ ਹਿਊਮਨ ਰਾਈਟ ਦੀ ਵੀ ਉਲੰਘਣਾ ਵਾ, ਉਹਦੇ ਅਧਿਕਾਰਾਂ ਦੀ ਵੀ ਉਲੰਘਣਾ ਹੈ ਕਿ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਇਹ ਕੌਣ ਲੋਕ ਸੀਗੇ? ਇਹ ਆਸਟ੍ਰੇਲੀਆ ਦੇ ਸੀਗੇ? ਕਿੱਥੇ ਦੇ, ਕਿਸ ਦੇਸ਼ ਦੇ ਵਾਸੀ? ਦਾਗ ਤਾਂ ਚੰਦ ਦੇ ਵਿੱਚ ਵੀ ਹੈ। ਹੁਣ ਹਰ ਜਗ੍ਹਾ ਜੇ 10 ਚੰਗੇ ਬੰਦੇ ਨੇ, ਉੱਥੇ 2 ਗਲਤ ਬੰਦੇ ਹੈਗੇ ਹੀ ਹੈਗੇ ਨੇ। ਇੰਡੀਆ ਦਾ ਤਿਰੰਗਾ ਲਹਿਰਾਇਆ ਗਿਆ ਤੇ ਆਸਟ੍ਰੇਲੀਅਨ ਗਵਰਨਮੈਂਟ ਇੱਕ ਇੰਡੀਅਨ ਬੰਦੇ ਤੇ ਉਹਦੇ ਝੰਡਾ ਲਹਿਰਾਉਣ ਤੇ ਪਰਚਾ ਕਿਉਂ ਕਰੇ? ਇੱਕ ਮਿਡਲ ਕਲਾਸ ਫੈਮਿਲੀ ਤੋਂ ਸਿਡਨੀ ਆਪਣੀ ਪੜ੍ਹਾਈ ਲਈ ਗਿਆ ਹੋਵੇ, ਉਹ ਕਿਉਂ ਇਹੋ ਜਿਹੇ ਪੰਗਿਆਂ 'ਚ ਪਊਗਾ? ਕਿਉਂ ਕੋਈ ਉਹ ਲਾ ਨੂੰ ਮਿਸਯੂਜ਼ ਕਰੂਗਾ? ਉਹਨੇ ਤਾਂ ਇੱਕ ਦੇਖਿਆ ਵੀ ਝੰਡੇ ਦਾ ਅਪਮਾਨ ਹੋ ਰਿਹਾ, ਉਹਨੇ ਉਸ ਚੀਜ਼ ਨੂੰ ਰੋਕਿਆ, ਉਸ ਰੋਕਣ ਦੀ ਉਹਨੂੰ ਸਜ਼ਾ ਮਿਲੀ। ਇੱਕ ਬੱਚੇ ਦਾ ਝੰਡਾ ਲਹਿਰਾਉਣ ਤੇ ਉਹਨੂੰ ਇੱਦਾਂ ਦੇ ਉਹਦੇ ਨਾਲ ਸਰਕਮਸਟੈਂਸਿਸ ਹੋ ਜਾਣਾ, ਉਹ ਇੱਦਾਂ ਦੇ ਕੌਨਸਪੀਰੈਂਸੀ ਦਾ ਇੱਕ ਪਾਰਟ ਬਣ ਜਾਣਾ, ਇਹਦੇ ਨਾਲ ਇੱਕ ਯੂਥ ਦੇ ਦਿਮਾਗ 'ਤੇ ਕੀ ਪਏਗਾ? ਹੁਣ ਇੱਕ ਰਾਸ਼ਟਰਵਾਦੀ ਕਿਸ ਤਰ੍ਹਾਂ ਬਰਦਾਸ਼ਤ ਕਰ ਲਵੇ ਕਿ ਉਹਦੇ ਦੇਸ਼ ਦਾ ਤਿਰੰਗਾ ਜਿਹੜਾ ਉਹਦੇ ਪੁਰਖਾਂ ਦੇ ਖੂਨ ਦੇ ਨਾਲ ਸਿੰਚਿਆ ਗਿਆ, ਉਹਦਾ ਕੋਈ ਅਪਮਾਨ ਕਰੇ, ਉਹਨੂੰ ਪੈਰਾਂ 'ਚ ਰੋਲੇ, ਉਹਦੇ ਉੱਪਰ ਥੁੱਕੇ, ਉਹਨੂੰ ਅੱਗ ਲਗਾ ਦੇਵੇ? ਇਹ ਕਿਸ ਤਰ੍ਹਾਂ ਕੋਈ ਬਰਦਾਸ਼ਤ ਕਰੇਗਾ? ਕਿ ਮੈਂ ਕਦੀ ਖਾਲਿਸਤਾਨ ਦਾ ਨਾਮ ਲੈਣ ਵਾਲਿਆਂ ਦਾ ਵਿਰੋਧ ਨਹੀਂ ਕੀਤਾ। ਮੇਰਾ ਵਿਰੋਧ ਉੱਥੇ ਸ਼ੁਰੂ ਹੁੰਦਾ ਜਦੋਂ ਮੇਰੇ ਦੇਸ਼ ਨੂੰ ਮਾੜਾ ਕਿਹਾ ਜਾਂਦਾ। ਇਹ ਵਿਸ਼ਾਲ ਜੂੜ ਨੂੰ ਅੰਦਰ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹ ਵਿਸ਼ਾਲ ਜੂੜ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਇਹ ਇੱਕ ਵਿਚਾਰਧਾਰਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਉਸ ਵਿਚਾਰਧਾਰਾ ਦਾ ਨਾਮ ਹੈ ਰਾਸ਼ਟਰਵਾਦ। ਤੇ ਦੇਖਿਆ ਜਾਵੇ ਕਿ ਇੱਥੇ ਖਾਲਿਸਤਾਨ ਦੀ ਜਿਹੜੀ ਉੱਥੇ ਪੋਜੀਸ਼ਨ ਹੈ ਬੜੀ ਸਟਰੋਂਗ ਹੈ, ਕਿਉਂਕਿ ਉਧਰੋਂ ਦੇਖਿਆ ਜਾਵੇ ਪਾਕਿਸਤਾਨ ਤੋਂ ਉਹਨਾਂ ਨੂੰ ਬਹੁਤ ਸਪੋਰਟ ਮਿਲਦੀ ਹੈ, ਉਧਰੋਂ ਚਾਈਨਾ ਤੋਂ ਬਹੁਤ ਸਪੋਰਟ ਮਿਲਦੀ ਹੈ। ਭਾਰਤ ਨੂੰ ਜਿਹੜੇ ਹੈਗੇ ਮਹਾਸ਼ਕਤੀ ਬਣਨ ਤੋਂ ਰੋਕਣਾ ਚਾਹੁੰਦੇ ਆ, ਉਹ ਇਹ ਚੀਜ਼ਾਂ ਨੂੰ ਹਵਾ ਦਿੰਦੇ ਆ। ਉਹਨਾਂ ਨੇ ਹੀ ਇਹ ਸਾਰਾ ਕੁਝ ਕਰਾ ਕੇ ਜਿਹੜਾ ਇਹ ਵਿਸ਼ਾਲ ਜੂੜ ਦੇ ਉੱਪਰ ਝੂਠਾ ਮੁਕੱਦਮਾ ਦਰਜ ਕਰਾ ਕੇ ਪਿਛਲੇ 3 ਮਹੀਨਿਆਂ ਤੋਂ ਜੇਲ੍ਹ 'ਚ ਰੱਖਿਆ ਹੋਇਆ, ਔਰ ਉਹਨੂੰ ਉਹਦੇ ਪਰਿਵਾਰ ਦੇ ਨਾਲ ਵੀ ਨਹੀਂ ਮਿਲਣ ਦਿੱਤਾ ਜਾ। ਇੰਡੀਅਨ ਸਟੂਡੈਂਟ ਦੀ ਮੈਂ ਗੱਲ ਕਰ ਰਿਹਾ, ਉਹਦੇ ਨਾਲ ਇੱਦਾਂ ਦੀ ਚੀਜ਼ ਹੋ ਰਹੀ ਹੈ ਤੇ ਭਾਰਤ ਦੀ ਸਰਕਾਰ ਕੀ ਕਰ ਰਹੀ ਹੈ? ਉਹਨਾਂ ਨੂੰ ਨਹੀਂ ਚਾਹੀਦਾ ਕਿ ਉਹ ਇਸ ਚੀਜ਼ ਤੇ ਬੋਲਣ? ਭਾਰਤ ਦੀ ਸਰਕਾਰ ਵੱਲੋਂ ਕੁਝ ਆ ਹੀ ਨਹੀਂ ਰਿਹਾ ਅੱਗੇ। ਵਿਸ਼ਾਲ ਜੂੜ ਦੇ ਨਾਲ ਨਿਆਂ ਨਾ ਹੋਇਆ ਤੇ ਮੈਂ ਸਮਝਦਾ ਵਾਂ ਕਿ ਜਿਹੜੇ ਰਾਸ਼ਟਰਵਾਦੀ ਅੱਜ ਵਿਦੇਸ਼ਾਂ ਦੇ ਵਿੱਚ ਆਪਣੇ ਦੇਸ਼ ਦਾ ਆਪਣਾ ਤਿਰੰਗਾ ਜਿਹੜਾ ਉਹ ਬੁਲੰਦ ਕਰਦੇ ਨੇ, ਉਹਨਾਂ ਦੇ ਅੰਦਰ ਇੱਕ ਡਰ ਪਏਗਾ। ਤੁਹਾਡੀ ਜਾਣਕਾਰੀ ਲਈ ਦੱਸ ਰਵਾਂ ਕਿ ਟਵਿੱਟਰ ਤੇ ਇਸ ਵੇਲੇ ਫ੍ਰੀ ਵਿਸ਼ਾਲ ਜੂੜ ਟ੍ਰੈਂਡ ਕਰ ਰਿਹਾ, ਟੌਪ ਟ੍ਰੈਂਡ ਕਰ ਰਿਹਾ। ਭਾਰਤੀ ਜਿਹੜੀ ਸਰਕਾਰ ਹੈ, ਭਾਰਤ ਦਾ ਜਿਹੜਾ ਵਿਦੇਸ਼ ਮੰਤਰਾਲਾ ਹੈ, ਉਹ ਜਲਦੀ ਤੋਂ ਜਲਦੀ ਉਹਨੂੰ ਉਹਦੇ ਵਿੱਚ ਦਖਲ ਦੇਵੇ, ਆਸਟ੍ਰੇਲੀਆਈ ਗਵਰਨਮੈਂਟ ਦੇ ਉੱਪਰ ਪ੍ਰੈਸ਼ਰ ਬਣਾਵੇ। ਹਾਂ, ਜੇ ਉਹਦੇ ਵਿੱਚ ਕਿਸੇ ਦੇ ਉੱਪਰ ਕੋਈ ਧਾਰਾਵਾਂ ਲੱਗੀਆਂ, ਉਹਨੂੰ ਬੇਲ ਤੇ ਦਿਓ ਤੁਸੀਂ, ਕਿ ਪਲੀਜ਼ ਇਸ ਰਾਸ਼ਟਰਵਾਦੀ ਸੋਚ ਨੂੰ ਮਰਨ ਤੋਂ ਬਚਾਓ ਔਰ ਉਸ ਨਿਰਦੋਸ਼ ਬੱਚੇ ਨੂੰ ਜਿਹਦੇ ਅੰਦਰ ਰਾਸ਼ਟਰਵਾਦ, ਤਿਰੰਗੇ ਪ੍ਰਤੀ ਪ੍ਰੇਮ ਕੁੱਟ-ਕੁੱਟ ਕੇ ਭਰਿਆ ਹੋਇਆ, ਉਹਨੂੰ ਆਜ਼ਾਦ ਕਰਵਾਉਣ ਦੇ ਵਿੱਚ ਉਪਰਾਲੇ ਕਰੋ। ਨਹੀਂ ਤੇ 56 ਇੰਚ ਦੀ ਛਾਤੀ ਜਿਹੜੀ ਹੈ ਇਹ ਕਿਤੇ ਨਾ ਕਿਤੇ ਤੁਹਾਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਕੇ ਆਏਗੀ। ਬੀਜੇਪੀ ਨੇਤਾ ਬਬੀਤਾ ਫੋਗਾਟ ਜੀ ਨੇ ਵੀ ਇਸ ਸੰਬੰਧਿਤ ਇੱਕ ਲੈਟਰ ਪਾਈ ਆ ਸਰਕਾਰ ਨੂੰ, ਤੇ ਸਰਕਾਰ ਬਹੁਤ ਜਲਦੀ ਇਹਦੇ ਵਿੱਚ ਆਪਣੀ ਇੰਟਰਵੈਂਸ਼ਨ ਕਰ ਰਹੀ ਹੈ ਤੇ ਜਲਦੀ ਹੀ ਇਹ ਮੁੰਡਾ ਬਾਹਰ ਆਊਗਾ ਭਾਰਤ ਸਰਕਾਰ ਦੀ ਸਪੋਰਟ ਦੇ ਨਾਲ। ਔਰ ਉਹਨਾਂ ਨੂੰ ਠੋਕ ਕੇ ਕਵਾਂਗੇ ਕਿ ਪੂਰਾ ਦੇਸ਼ ਤੁਹਾਡੇ ਨਾਲ ਖੜਾ ਹੈ, ਕਿ ਤੁਸੀਂ ਘਬਰਾਉਣ ਦੀ ਕੋਸ਼ਿਸ਼ ਨਾ ਕਰੋ। ਯੋਧੇ ਜਿਹੜੇ ਆ ਉਹ ਬਹੁਤ ਘੱਟ ਘਰਾਂ ਦੇ ਵਿੱਚ ਪੈਦਾ ਹੁੰਦੇ ਆ ਤੇ ਤੁਹਾਡਾ ਘਰ ਖੁਸ਼ਕਿਸਮਤ ਹੈ ਕਿ ਤੁਸੀਂ ਇੱਕ ਵੀਰ, ਇੱਕ ਯੋਧਾ, ਇੱਕ ਦੇਸ਼ ਨਾਲ ਪਿਆਰ ਕਰਨ ਵਾਲਾ ਜਿਹੜਾ ਉਹ ਤੁਸੀਂ ਪੁੱਤਰ ਜੰਮਿਆ। ਹਸਤਾਖਰ ਅਭਿਆਨ ਆਪਾਂ ਬਹੁਤ ਜਲਦੀ ਸ਼ੁਰੂ ਕਰ ਰਹੇ ਹਾਂ, ਜਿਹਦੇ ਵਿੱਚ ਫ੍ਰੀ ਵਿਸ਼ਾਲ ਜੂੜ ਇਸ ਨਾਮ ਦਾ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ ਔਰ ਉਮੀਦ ਕਰਾਂਗੇ ਕਿ ਪੰਜਾਬ ਦੇ ਵਿੱਚ ਸਾਨੂੰ ਕਾਫੀ ਅੱਛਾ ਰਿਸਪੌਂਸ ਮਿਲੇਗਾ। ਅੱਜ ਉਹੀ ਤੁਹਾਡੇ ਛੋਟੇ ਭਰਾ ਦਾ ਇੱਕ ਬੱਚਾ ਤਸ਼ੱਦਦ ਝੇਲ ਰਿਹਾ, ਜਿਹਦੇ ਜ਼ਿੰਮੇਵਾਰ ਤੁਹਾਡਾ ਕਿਸਾਨ ਅੰਦੋਲਨ ਹੈ, ਉੱਥੋਂ ਦੇ ਪ੍ਰੋਟੈਸਟ ਕਰਨ ਵਾਲੇ ਲੋਕ ਹੈ। ਅੱਜ ਜ਼ਰੂਰਤ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਅੱਗੇ ਆ ਕੇ
ਉਸ ਬੱਚੇ ਨੂੰ ਰਿਹਾ ਕਰਵਾਉਣ ਵਾਸਤੇ ਆਸਟ੍ਰੇਲੀਆ ਦੇ ਵਿੱਚ ਬੈਠੇ ਜਿਹੜੇ ਖਾਲਿਸਤਾਨੀ ਹੈ ਜਾਂ ਆਸਟ੍ਰੇਲੀਆ ਦੇ ਵਿੱਚ ਬੈਠੇ ਜਿਹੜੇ ਲੋਕ ਜਿਨ੍ਹਾਂ ਨੇ FIR ਦਰਜ ਕਰਾਈ ਹੈ ਉਹਨਾਂ ਨੂੰ ਅਪੀਲ ਕਰਨ, ਉਹਨਾਂ ਦੇ ਉੱਪਰ ਪ੍ਰੈਸ਼ਰ ਬਣਾਉਣ। ਬੇਨਤੀ ਹੈ ਆਪਣੇ ਮੂੰਹ ਹਿੰਦੁਸਤਾਨ ਵਰਡ ਨਾ ਯੂਜ਼ ਕਰੋ ਨਾਮ, ਕਿਉਂਕਿ ਇਸ ਨਾਮ ਤੋਂ ਵੀ ਬਹੁਤ ਜ਼ਿਆਦਾ ਦਿੱਕਤ ਹੈ। ਹੋ ਸਕਦਾ ਤੁਹਾਨੂੰ ਧਮਕੀਆਂ ਮਿਲਣ, ਹੋ ਸਕਦਾ ਤੁਹਾਡੇ ਲਈ ਕੋਈ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ ਜਾਵੇ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर रूबरू हो रहे हैं। तो सो अज का जोड़ा साडा एक मुद्दा है वो है तिरंगा झंडा। जी हाँ, एक बहुत देर तो इस टाइम एक खबर चल रही है, एक मुद्दा गरमाया हुआ है इंटरनेशनली कि कुरुक्षेत्र तो एक युवा नौजवान जिहड़ा कि आस्ट्रेलिया च पढ़न गया सीगा अपने कंट्री तो आस्ट्रेलिया ਦੇ ਵਿੱਚ ਹਾਇਰ ਐਜੂਕੇਸ਼ਨ ਲਈ, ਤੇ ਉੱਥੇ ਇੱਕ ਤਿਰੰਗਾ ਜਿਹੜਾ ਕਿ ਭਾਰਤ ਦਾ ਤਿਰੰਗਾ ਝੰਡਾ ਹੈ, ਰਾਸ਼ਟਰੀ ਧਵਜ ਹੈ, ਉਹਦੀ ਬੇਅਦਬੀ ਦੇਖ ਕੇ ਉਹਨੇ ਉੱਥੇ ਆਪਣੇ ਦੇਸ਼ ਦੀ ਜਿਹੜੀ ਅਪਮਾਨ ਨੂੰ ਨਹੀਂ ਸਹਿਣ ਕਰ ਪਾਇਆ ਧਵਜ ਦੇ। ਸੋ ਉਹਨਾਂ ਨੇ ਉੱਥੇ ਓਪਨਲੀ ਆਪਣੇ ਸਾਥੀਆਂ ਦੇ ਨਾਲ ਦੇਸ਼ ਦੇ ਧਵਜ ਨੂੰ ਲਹਿਰਾਇਆ, ਤਿਰੰਗੇ ਝੰਡੇ ਨੂੰ ਲਹਿਰਾਇਆ, ਜਿਹਦੇ ਤੇ ਕੁਝ ਸ਼ਰਾਰਤੀ ਤੱਤਵਾਂ ਵੱਲੋਂ ਉਹਨਾਂ ਤੇ ਅਗੇਂਸਟ ਉਹਨਾਂ ਨੂੰ ਕੌਨਸਪੀਰੈਂਸੀ ਕਰਕੇ FIR ਵੀ ਕਰਵਾਈ ਗਈ ਔਰ ਉਹ ਲੜਕਾ ਅੱਜ ਜੇਲ੍ਹ ਦੇ ਵਿੱਚ ਹੈ। ਇੰਟਰਨੈਸ਼ਨਲ ਲੈਵਲ 'ਤੇ ਇੱਕ ਬੱਚੇ ਦਾ ਜਜ਼ਬਾ ਜਿਹਨੇ ਕਿ ਆਪਣੇ ਦੇਸ਼ ਦੇ ਝੰਡੇ ਨੂੰ ਧਵਜ ਨੂੰ ਲੈ ਕੇ ਇੱਦਾਂ ਲਹਿਰਾਣਾ, ਇਹ ਇਸ ਚੀਜ਼ ਨੂੰ ਅਸੀਂ ਸਲੂਟ ਕਰਦੇ ਹਾਂ। ਪਰ ਇਹ ਸਾਰੇ ਮਾਮਲੇ 'ਚ ਅੱਜ ਅਸੀਂ ਜਿਹੜੇ ਹੈਗੇ ਆ ਯੂਨਾਈਟਿਡ ਜਿਹੜੇ ਹਿੰਦੂ ਵੱਲੋਂ ਗੱਲਬਾਤ ਕਰਦੇ ਹਾਂ ਅਮਿਤ ਜੀ ਨਾਲ। ਇਹਨਾਂ ਨੂੰ ਪੁੱਛਦੇ ਹਾਂ ਕਿ ਕੀ ਇਹ ਮਾਮਲਾ ਹੈਗਾ, ਕਿਉਂ ਉਹ ਬੱਚੇ ਨੂੰ ਜੇਲ੍ਹ ਹੋਣਾ ਕਿੱਥੇ ਤੱਕ ਜਿਹੜਾ ਹੈਗਾ ਸਹੀ ਹੈ, ਇਹ ਆਪਣੀ ਰਾਏ ਰੱਖਣਗੇ। ਸੋ ਇਹ ਸਾਡੇ ਕੋਲ ਪਹੁੰਚੇ, ਗੱਲਬਾਤ ਕਰਦੇ ਹਾਂ। ਪਹਿਲਾਂ ਨਮਸਕਾਰ ਸਰ। ਨਮਸਕਾਰ ਜੀ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪ ਜੀ ਦੇ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਜਨ ਹਿਤੈਸ਼ੀ ਦੇ ਮੰਚ ਤੇ ਆਉਣ ਦਾ ਮੌਕਾ ਦਿੱਤਾ ਤੇ ਮੇਰੇ ਵਿਚਾਰ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਕਿ ਦੇਖਿਆ ਗਿਆ ਇੱਕ ਮੁੱਦਾ ਬਹੁਤ ਚੱਲ ਰਿਹਾ ਵਿਸ਼ਾਲ ਜੂਟ ਦਾ, ਇਹਨੂੰ ਮੁੱਦਾ ਨਾ ਬਣਾਇਆ ਜਾਵੇ। ਇਹ ਇੱਕ ਉਹਦਾ ਰਾਈਟ ਸੀਗਾ, ਉਹਨੇ ਆਪਣੇ ਦੇਸ਼ ਲਈ ਝੰਡੇ ਦਾ ਅਪਮਾਨ ਨਾ ਸਹਿ ਸਕਿਆ ਤੇ ਜਿਹਦੇ ਕਾਰਨ ਉਹਨੂੰ ਅੱਜ ਇਹ ਦਿਨ ਦੇਖਣੇ ਪੈ ਰਹੇ ਨੇ। ਇਹ 23 ਕੁ ਸਾਲ ਦੀ ਉਮਰ ਦਾ ਹੈ ਜੀ ਯੂਥ ਜਿਹੜਾ ਮੁੰਡਾ, ਤੇ ਘਰੋਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ। 2017 ਦੇ ਵਿੱਚ ਇਹ ਹਾਇਰ ਐਜੂਕੇਸ਼ਨ ਲਈ ਸਿਡਨੀ ਚਲਾ ਗਿਆ ਆਸਟ੍ਰੇਲੀਆ 'ਚ। ਪਿੱਛੇ ਜੇ 26 ਜਨਵਰੀ ਨੂੰ ਅੱਜ ਕੱਲ੍ਹ ਦੇਖ ਹੀ ਰਹੇ ਹੋ ਕਿ ਕਿਸਾਨ ਮੁੱਦਾ ਕਾਫੀ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ। ਕਿਸਾਨ ਮੁੱਦੇ ਦੀ ਆੜ ਵਿੱਚ ਕੁਛ ਐਂਟੀ ਸੋਸ਼ਲ ਬੰਦੇ ਵੀ ਨੇ ਜੋ ਕਿ ਇਸ ਮੁੱਦੇ ਨੂੰ ਵੀ ਖਰਾਬ ਕਰਨਾ ਚਾਹੁੰਦੇ ਆ ਤੇ ਸਮਾਜ ਦੀ ਜਿਹੜੀ ਏਕਤਾ ਉਹਨੂੰ ਵੀ ਖੰਡਿਤ ਕਰਨਾ ਚਾਹੁੰਦੇ ਨੇ। ਇਸੇ ਤਰ੍ਹਾਂ 26 ਜਨਵਰੀ ਨੂੰ ਕੁਛ ਐਂਟੀ ਸੋਸ਼ਲ ਬੰਦੇ ਸੀ ਜੋ ਕਿ ਸਿਡਨੀ ਦੇ ਵਿੱਚ ਚੱਲ ਰਹੇ ਕਿਸਾਨ ਪ੍ਰਦਰਸ਼ਨ ਦੇ ਵਿੱਚ ਉਹ ਆਪਣੇ ਨੈਸ਼ਨਲ ਫਲੈਗ ਤਿਰੰਗੇ ਨੂੰ ਪੈਰਾਂ ਦੇ ਥੱਲੇ ਰੋਦਣ ਲੱਗ ਗਏ, ਪਾੜਨ ਲੱਗ ਗਏ, ਜਿਹਨੂੰ ਦੇਖ ਕੇ ਆਪਣੇ ਦੇਸ਼ ਦੇ ਨਾਗਰਿਕ ਜੋ ਕਿ ਹਰ ਕਿਸੇ ਦਾ ਖੂਨ ਖੋਲੂਗਾ ਆਪਣੇ ਇੰਡੀਅਨ ਸਿਟੀਜ਼ਨ ਦਾ, ਉਹਨੇ ਦੇਖਿਆ ਤੇ ਉਹਨੇ ਇਸ ਚੀਜ਼ ਦਾ ਵਿਰੋਧ ਕੀਤਾ। ਵਿਰੋਧ ਕਰਨ ਤੋਂ ਬਾਅਦ ਉਹਨੇ ਕੀ ਕੀਤਾ, ਉਸ ਤਿਰੰਗੇ ਝੰਡੇ ਨੂੰ ਸਾਰਿਆਂ ਦੇ ਸਾਹਮਣੇ ਲਹਿਰਾਇਆ ਵੀ ਇਸੇ ਇੰਡੀਆ ਦੀ ਬਦੌਲਤ ਅਸੀਂ ਅੱਜ ਇੱਥੇ ਪਹੁੰਚੇ ਹੋਏ ਹਾਂ। ਉਸ ਟਾਈਮ ਲੋਕਾਂ ਨੇ, ਚੰਗੇ ਲੋਕਾਂ ਨੇ ਵਿੱਚ ਬਚਾ ਕਰਕੇ ਉਸ ਮੁੱਦੇ ਨੂੰ ਖ਼ਤਮ ਕਰਤਾ, ਬਟ ਕੁਛ ਲੋਕਾਂ ਨੇ ਇਸ ਦੀ ਖੁੰਦਕਬਾਜ਼ੀ ਰੱਖੀ। ਪਿੱਛੇ ਜੇ 23 ਅਪ੍ਰੈਲ ਨੂੰ ਝੂਠੇ ਪਰਚੇ ਉਸ ਮੁੰਡੇ ਦੇ ਉੱਪਰ ਕਰਵਾ ਕੇ ਉਹਨੂੰ ਆਪਣੇ ਦੇਸ਼ ਦੇ ਬੋਲਣ ਦੇ ਲਈ ਉਹਨੂੰ ਆਹ ਸਜ਼ਾ ਦਿੱਤੀ ਗਈ ਕਿ ਉਹਨੂੰ ਸਿਡਨੀ ਦੀ ਜੇਲ੍ਹ 'ਚ ਸਟਾ ਦਿੱਤਾ। ਨਾ ਉਹਦੇ ਪਰਿਵਾਰ ਨੂੰ ਮਿਲਣ ਦਿੱਤਾ ਜਾ ਰਿਹਾ, ਨਾ ਹੀ ਕਿਸੇ ਲੋਕਾਂ ਨੂੰ ਉਹਦੇ ਨਾਲ ਮਿਲਣ ਦਿੱਤਾ ਜਾ ਰਿਹਾ। ਇਹ ਹਿਊਮਨ ਰਾਈਟ ਦੀ ਵੀ ਉਲੰਘਣਾ ਵਾ, ਉਹਦੇ ਅਧਿਕਾਰਾਂ ਦੀ ਵੀ ਉਲੰਘਣਾ ਹੈ ਕਿ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਮੇਰੀ ਇੱਕ ਬੇਨਤੀ ਆ ਸਰਕਾਰ ਨੂੰ, ਮੇਰੀ ਵਿਦੇਸ਼ ਮੰਤਰਾਲੇ ਨੂੰ ਵੀ ਇੱਕ ਬੇਨਤੀ ਆ ਵੀ ਇਸ ਮੈਟਰ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਖਿਆ ਜਾਵੇ। ਇੱਕ ਸਾਡਾ ਲਾਲ ਜਿਹੜਾ ਬਾਹਰਲੇ ਦੇਸ਼ 'ਚ ਵੀ ਸਾਡੇ ਦੇਸ਼ ਲਈ ਬੋਲਿਆ, ਉਹਨੂੰ ਜੇਲ੍ਹ ਤੋਂ ਜਲਦੀ ਬਾਹਰ ਕਢਾਇਆ ਜਾਵੇ। ਮੇਰੀ ਇੰਨੀ ਕੁ ਬੇਨਤੀ ਆ ਉਹਨਾਂ ਲਈ। ਮੈਂ ਇਹ ਪੁੱਛਣਾ ਚਾਹਾਂਗਾ ਜਿਹੜਾ ਤੁਸੀਂ ਕਹਿ ਰਹੇ ਕੁਝ ਸ਼ਰਾਰਤੀ ਤੱਤਵਾਂ ਵੱਲੋਂ ਜਿਨ੍ਹਾਂ ਨੇ ਝੂਠੇ, ਤੁਸੀਂ ਵਰਡ ਯੂਜ਼ ਕੀਤਾ ਕਿ ਝੂਠੇ ਪਰਚੇ 'ਚ ਜਾਂ ਝੂਠੇ ਕੌਨਸਪੀਰੈਂਸੀ ਕਰਕੇ ਉਹਨੂੰ ਫਸਾਇਆ ਗਿਆ, ਜੇਲ੍ਹ ਕਰਾਈ ਗਈ, ਇਹ ਕੌਣ ਲੋਕ ਸੀਗੇ? ਇਹ ਆਸਟ੍ਰੇਲੀਆ ਦੇ ਸੀਗੇ? ਕਿੱਥੇ ਦੇ, ਕਿਸ ਦੇਸ਼ ਦੇ ਵਾਸੀ ਸੀਗੇ ਉਹ? ਦੇਖੋ ਜੀ, ਆਸਟ੍ਰੇਲੀਆ ਵਾਲੇ ਲੋਕਾਂ ਦਾ ਤਾਂ ਨਹੀਂ ਮੈਂ ਕਹਿ ਸਕਦਾ, ਕਿਉਂਕਿ ਕਿਸਾਨ ਮੋਰਚੇ ਦੇ ਵਿੱਚ ਹੁਣ ਆਪਾਂ ਸ਼ੁਰੂ ਤੋਂ ਦੇਖ ਹੀ ਰਹੇ ਹਾਂ, ਜਦੋਂ ਦਾ ਇਹ ਮੋਰਚਾ ਸ਼ੁਰੂ ਹੋਇਆ, ਆਰੰਭ ਹੋਇਆ, ਇਹਦੇ ਵਿੱਚ
ਕੁਝ ਇਹੋ ਜਿਹੇ ਵੀ ਲੋਕ ਆਏ ਨੇ ਜਿਨ੍ਹਾਂ ਨੇ ਇਹਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਿਸਾਨ ਮੋਰਚੇ ਤੇ ਹਿੰਦੂ ਭਰਾ ਵੀ ਬੈਠੇ ਨੇ, ਮੁਸਲਿਮ ਭਰਾ ਵੀ ਬੈਠੇ ਨੇ, ਸਿੱਖ ਵੀ ਬੈਠੇ ਨੇ, ਬਟ ਜਿਹੜਾ ਦੇਖਿਆ ਜਾਵੇ ਉੱਥੇ ਕੁਝ ਇਹੋ ਜਿਹੇ ਲੋਕ ਨੇ, ਜਿਵੇਂ ਤੁਸੀਂ ਦੇਖਿਆ ਸੀ ਪਿੱਛੇ ਜੇ ਹਿੰਦੂਆਂ ਨੂੰ ਹੀ ਟਾਰਗੇਟ ਕੀਤਾ ਗਿਆ ਹਰ ਵਾਰ, ਚਾਹੇ ਉਹ ਯੋਗਰਾਜ ਹੋਵੇ, ਚਾਹੇ ਉਹ ਕੋਈ ਵੀ ਹੋਵੇ, ਚਲੋ ਆਪਾਂ ਨਾਮ ਨਹੀਂ ਲੈਣਾ, ਬਟ ਅਸੀਂ ਚਾਹੁੰਦੇ ਹਾਂ ਵੀ ਜੇ ਕਿਸਾਨ ਮੋਰਚਾ ਉਹਨੂੰ ਕਿਸਾਨ ਮੋਰਚੇ ਤੱਕ ਹੀ ਰੱਖਿਆ ਜਾਵੇ। ਉਹਦੇ ਵਿੱਚ ਹੀ ਕੁਝ ਲੋਕ ਹੁੰਦੇ ਨੇ ਜਿਹੜੇ ਭਾਰਤ ਨੂੰ ਦੇਖਣਾ ਨਹੀਂ ਚਾਹੁੰਦੇ, ਜਾਂ ਭਾਰਤ ਦੀ ਜਿਹੜੀ ਆਪਸ 'ਚ ਪਿਆਰ ਆ ਲੋਕਾਂ ਦਾ ਉਹਨੂੰ ਨਹੀਂ ਦੇਖਣਾ ਚਾਹੁੰਦੇ, ਉਹੀ ਲੋਕ ਸੀਗੇ। ਹੁਣ ਇਹ ਕੌਣ ਸੀ ਜੀ? ਥੋੜਾ ਜਿਹਾ ਤੁਹਾਡੇ ਨਾਲ ਕੁਐਸਚਨ ਦੁਬਾਰਾ ਕਲੀਅਰ ਕਰਨਾ ਚਾਹੁੰਦਾ। ਇਹ ਘਟਨਾ ਤੁਸੀਂ ਕਹਿ ਰਹੇ ਹੋ ਆਸਟ੍ਰੇਲੀਆ 'ਚ ਹੋਈ, ਸਿਡਨੀ 'ਚ ਹੋਈ, ਭਾਰਤ 'ਚ ਨਹੀਂ ਹੋਈ। ਕਿਸਾਨ ਅੰਦੋਲਨ ਭਾਰਤ 'ਚ ਚੱਲ ਰਿਹਾ, ਸਿਡਨੀ 'ਚ ਨਹੀਂ ਚੱਲ ਰਿਹਾ ਜੀ। ਸੋ ਜੇ ਘਟਨਾ ਉੱਥੇ ਹੋਈ, ਉੱਥੇ ਤਾਂ ਕੋਈ ਧਰਮ ਦਾ ਰੋਲ ਹੀ ਨਹੀਂ ਹੈਗਾ, ਉੱਥੇ ਇਦਾਂ ਦੀ ਗੱਲ ਕਿਉਂ? ਪਰ ਸਰ ਉੱਥੇ ਧਰਮ ਦਾ ਰੋਲ ਨਹੀਂ ਹੈਗਾ, ਲੋਕ ਤਾਂ ਇੱਥੋਂ ਦੀ ਗਏ ਹੋਏ ਨੇ, ਲੋਕ ਤਾਂ ਉਸ ਸੋਚ ਵਾਲੇ ਉਰੋਂ ਹੀ ਗਏ ਹੋਏ ਨੇ। ਹਰ ਜਗ੍ਹਾ ਕੋਈ ਕਿਤੇ ਵੀ ਸਮਾਜ ਦੇਖ ਲਓ, ਦਾਗ ਤਾਂ ਚੰਦ ਦੇ ਵਿੱਚ ਵੀ ਹੈ। ਹੁਣ ਹਰ ਜਗ੍ਹਾ ਜੇ 10 ਚੰਗੇ ਬੰਦੇ ਨੇ, ਉੱਥੇ 2 ਗਲਤ ਬੰਦੇ ਹੈਗੇ ਹੀ ਹੈਗੇ ਨੇ। ਉਹੀ ਤਾਂ ਪੁੱਛ ਰਿਹਾ, ਉਹ ਆਸਟ੍ਰੇਲੀਅਨ ਨਾਗਰਿਕ ਸੀਗੇ ਨਹੀਂ, ਜਾਂ ਉਹ ਜੀ ਇੰਡੀਅਨ ਨਾਗਰਿਕ ਸੀ। ਆਸਟ੍ਰੇਲੀਅਨ ਨਾਗਰਿਕ ਕਦੀ ਵੀ ਇੰਡੀਆ ਦੇ ਪਰਸਨ ਨਾਲ ਇੰਨਾ ਚੱਲਣਗੇ ਹੀ ਨਹੀਂ, ਉਹ ਤਾਂ ਆਪਣੇ ਲੋਕਾਂ ਨਾਲ ਨਹੀਂ ਇੰਨਾ ਗਲਤ ਚੱਲਦੇ। ਮੈਂ ਉਹੀ ਪੁੱਛਣਾ ਚਾਹੁੰਦਾ, ਆਫਟਰ ਆਲ ਇਹੋ ਜਿਹੀ ਕਿਹੜੀ ਗੱਲ ਹੋਈ ਕਿ ਇੰਡੀਆ ਦਾ ਤਿਰੰਗਾ ਲਹਿਰਾਇਆ ਗਿਆ ਤੇ ਆਸਟ੍ਰੇਲੀਅਨ ਗਵਰਨਮੈਂਟ ਇੱਕ ਇੰਡੀਅਨ ਬੰਦੇ ਤੇ ਉਹਦੇ ਝੰਡਾ ਲਹਿਰਾਉਣ ਤੇ ਪਰਚਾ ਕਿਉਂ ਕਰੇਗੀ? ਸਰ ਤਾਂ ਨਹੀਂ ਕਿ ਮਾਮਲਾ ਕੁਝ ਹੋਰ ਹੈ, ਉਹਨੂੰ ਪੇਸ਼ ਇਦਾਂ ਕੀਤਾ ਜਾ ਰਿਹਾ? ਸਰ ਮਾਮਲਾ ਕੁਝ ਵੀ ਨਹੀਂ ਸੀਗਾ, ਮਾਮਲਾ ਸਿਰਫ ਇੰਨਾ ਕਿ ਸੀ ਕਿਉਂਕਿ ਜਦੋਂ ਇਹਨਾਂ ਨੇ ਦੇਖਿਆ ਵੀ ਕਿਸਾਨ ਮੋਰਚੇ ਦੇ ਵਿੱਚ ਕੁਝ ਬੰਦਿਆਂ ਨੇ ਜਦੋਂ ਆਪਣੇ ਤਿਰੰਗੇ ਦਾ ਅਪਮਾਨ ਕੀਤਾ, ਤਾਂ ਜਦੋਂ ਉਹਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਨੂੰ ਐ ਲੱਗਿਆ ਵੀ ਕਿਤੇ ਸਾਡੇ ਪੂਰੇ ਕਿਸਾਨ ਮੋਰਚੇ ਨੂੰ ਹੀ ਠੱਲ ਨਾ ਪੈ ਜਾਵੇ, ਜਾਂ ਸਾਡੇ ਪੂਰੇ ਕਿਸਾਨ ਮੋਰਚੇ ਤੇ ਹੀ ਉਂਗਲ ਨਾ ਚੱਕੀ ਜਾਵੇ। ਇਸ ਕਰਕੇ ਉਹਨਾਂ ਨੇ, ਹੁਣ ਮੈਨੂੰ ਇੰਨੀ ਨੌਲੇਜ ਨਹੀਂ ਵੀ ਉਹਦੇ ਉੱਪਰ ਕਿਸ ਸੈਕਸ਼ਨ ਦੇ ਵਿੱਚ FIRs ਹੋਈਆਂ ਨੇ, ਕਿਉਂਕਿ ਉਹ ਉੱਥੇ ਦਾ ਲੋਕਲ ਕਾਨੂੰਨ ਸੀ। ਉੱਥੇ ਦੇ ਲੋਕਲ ਕਾਨੂੰਨ ਦੇ ਮੁਤਾਬਕ ਜਿਹੜੇ ਲੋਕ ਉੱਥੇ ਬਹੁਤ ਪੁਰਾਣੇ ਰਹਿ ਰਹੇ ਨੇ, ਉਹਨਾਂ ਦੀ ਪਾਵਰ ਵੀ ਹੈ ਉਸ ਜਗ੍ਹਾ ਤੇ। ਇਹ ਨਹੀਂ ਵੀ ਇਕੱਲੀ ਸਿਡਨੀ ਵਾਲਿਆਂ ਦੀ ਹੀ ਪਾਵਰ ਆ, ਸਾਡੇ ਇੰਡੀਅਨ ਸਿਟੀਜ਼ਨ ਨੇ ਜਿਹੜੇ ਉੱਥੇ ਬਹੁਤ ਪੁਰਾਣੇ ਰਹਿ ਰਹੇ ਨੇ, ਕਈ ਪੀੜ੍ਹੀਆਂ ਤੋਂ ਰਹਿ ਰਹੇ ਨੇ, ਉਹਨਾਂ ਦੀ ਪਾਵਰ ਆ। ਉਹ ਮੁੰਡਾ ਦਾ ਵਿਚਾਰਾ 2017 ਤੋਂ ਗਿਆ ਸੀ, ਉਹਨੂੰ ਕੀ ਪਤਾ ਉਹਨੇ ਕਿਹੜਾ ਕ੍ਰਾਈਮ ਕਰਤਾ। ਦੂਸਰੀ ਗੱਲ ਇਹ, ਜਿਹੜਾ ਬੰਦਾ ਇੱਕ ਮਿਡਲ ਕਲਾਸ ਫੈਮਿਲੀ ਤੋਂ ਸਿਡਨੀ ਆਪਣੀ ਪੜ੍ਹਾਈ ਲਈ ਗਿਆ ਹੋਵੇ, ਉਹ ਕਿਉਂ ਇਹੋ ਜਿਹੇ ਪੰਗਿਆਂ 'ਚ ਪਊਗਾ? ਕਿਉਂ ਕੋਈ ਉਹ ਲਾ ਨੂੰ ਮਿਸਯੂਜ਼ ਕਰੂਗਾ? ਉਹਨੇ ਤਾਂ ਇੱਕ ਦੇਖਿਆ ਵੀ ਝੰਡੇ ਦਾ ਅਪਮਾਨ ਹੋ ਰਿਹਾ, ਉਹਨੇ ਉਸ ਚੀਜ਼ ਨੂੰ ਰੋਕਿਆ, ਉਸ ਰੋਕਣ ਦੀ ਉਹਨੂੰ ਸਜ਼ਾ ਮਿਲੀ, ਉਹਦੇ ਖਿਲਾਫ ਇਹੋ ਜਿਹੀਆਂ ਧਾਰਾਵਾਂ ਲੱਗੀਆਂ ਕਿ ਜਿਹਦੀ ਬੇਲ ਵੀ ਨਹੀਂ ਹੋ ਸਕਦੀ। ਤੇ ਗੱਲਬਾਤ ਕਰਦੇ ਹਾਂ ਹੁਣ ਅਨਿਲ ਜੀ ਨਾਲ, ਜਿਹੜੇ ਕਿ ਚੇਅਰਮੈਨ ਹੈਗੇ ਆ ਯੂਨਾਈਟਿਡ ਹਿੰਦੂ ਦੇ। ਸੋ ਇਹਨਾਂ ਨੂੰ ਵੀ ਪੁੱਛਦੇ ਹਾਂ। ਅਨਿਲ ਜੀ, ਅੱਗੇ ਪਿੱਛੇ ਅਸੀਂ ਸਾਡੀ ਕੰਟਰੀ, ਸਾਡਾ ਦੇਸ਼, ਸਾਡੀ ਕੇਂਦਰ ਸਰਕਾਰ ਬਹੁਤ ਸਾਰਾ ਗੱਲਬਾਤ ਕਰਦੀ ਹੈ ਨੈਸ਼ਨਲਿਜ਼ਮ ਦੀ। ਅੱਜ ਇੱਕ ਬੱਚਾ 2 ਮਹੀਨੇ ਤੋਂ ਲਗਭਗ ਉੱਥੇ ਜੇਲ੍ਹ 'ਚ ਹੈਗਾ, ਔਰ ਦੱਸਿਆ ਜਾ ਰਿਹਾ, ਅਸੀਂ ਨਹੀਂ ਕਹਿ ਰਹੇ ਪਰ ਦੱਸਿਆ ਇਹ ਜਾ ਰਿਹਾ, ਤੁਸੀਂ ਵੀ ਪੜ੍ਹਿਆ ਹੋਣਾ ਸੋਸ਼ਲ ਮੀਡੀਆ ਤੇ, ਹਰ ਜਗ੍ਹਾ ਮੀਡੀਆ 'ਚ ਇਹੀ ਛਾਇਆ ਕਿ ਉਹਨੇ ਝੰਡਾ ਲਹਿਰਾਇਆ ਸੀ। ਕਿ ਅੱਜ ਇੱਕ ਬੱਚੇ ਦਾ ਝੰਡਾ ਲਹਿਰਾਉਣ 'ਤੇ ਉਹਨੂੰ ਇੱਦਾਂ ਦੇ ਉਹਦੇ ਨਾਲ ਸਰਕਮਸਟੈਂਸਿਸ ਹੋ ਜਾਣਾ, ਉਹ ਇੱਦਾਂ ਦੇ ਕੌਨਸਪੀਰੈਂਸੀ ਦਾ ਇੱਕ ਪਾਰਟ ਬਣ ਜਾਣਾ, ਇਹਦੇ ਨਾਲ ਇੱਕ ਯੂਥ ਦੇ ਦਿਮਾਗ 'ਤੇ ਕੀ ਪਏਗਾ? ਔਰ ਇਸ ਟਾਈਮ 'ਤੇ ਸਰਕਾਰ ਕਿਉਂ ਨਹੀਂ, ਜਦ ਕਿ ਪਿੱਛੇ ਅਸੀਂ ਦੇਖਿਆ ਕੋਵਿਡ ਦੇ ਟਾਈਮ 'ਚ ਕੁਝ ਬੰਦੇ ਫੋਰਨ 'ਚ ਫਸ ਗਏ ਤੇ ਸਰਕਾਰਾਂ ਨੇ ਅੱਗੇ ਆ ਕੇ ਵੱਧ ਕੇ ਉਹਨਾਂ ਨੂੰ ਵੀ ਬੁਲਾ ਲਿਆ, ਤੇ ਇੱਥੇ ਕਿਉਂ ਨਹੀਂ ਕੁਝ ਹੋ ਪਾ ਰਿਹਾ? ਕੋਈ ਦੱਸੋਗੇ? ਦੇਖੋ, ਇੱਦਾਂ ਹੈ ਕਿ ਇਸ ਮਸਲੇ 'ਤੇ ਜਾਣ ਤੋਂ ਪਹਿਲੇ ਸਾਨੂੰ ਇਹਦੇ ਵਿੱਚ ਸਭ ਤੋਂ ਪਹਿਲੇ ਇਹ ਵੇਖਣਾ ਪੈਣਾ ਕਿ ਇਹ ਮਸਲੇ ਦਾ ਕਾਰਨ ਕੀ ਹੈ। ਜੀ, ਮਸਲਾ ਵਿਸ਼ਾਲ ਜੂੜ ਨਹੀਂ ਹੈ, ਮਸਲਾ ਹੈ ਇਹ ਸੋਚ। ਅਸਲ ਦੇ ਵਿੱਚ ਭਾਰਤ ਦੇ ਖਿਲਾਫ ਜਿਹੜੀਆਂ ਅੰਤਰਰਾਸ਼ਟਰੀ ਸਾਜ਼ਿਸ਼ਾਂ ਲਗਾਤਾਰ ਹੋ ਰਹੀਆਂ, ਚਾਹੇ ਉਹ CAA ਦੇ ਨਾਮ ਨੂੰ ਲੈ ਕੇ ਹੋ ਜਾਵੇ, ਚਾਹੇ ਉਹ ਕਿਸਾਨ ਅੰਦੋਲਨ ਦੇ ਨਾਮ ਨੂੰ ਲੈ ਕੇ ਹੋ ਜਾਵੇ। ਅੱਜ ਜੇਕਰ ਗੱਲ ਕਰੀਏ ਕਿ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਫੇਵਰ ਦੇ ਵਿੱਚ ਉੱਥੇ ਪ੍ਰੋਟੈਸਟ ਹੋ ਰਿਹਾ, ਹਰ ਦੇਸ਼ ਦੇ ਵਿੱਚ ਹੋ ਰਿਹਾ, ਕੋਈ ਦਿੱਕਤ ਨਹੀਂ ਹੈ। ਹਰ ਕਿਸੇ ਦਾ ਰਾਈਟ ਹੈ ਕਿ ਉਹ ਪ੍ਰੋਟੈਸਟ ਕਰੇ। ਸਰਕਾਰ ਦੀ ਕਿਸੇ ਵੀ ਨੀਤੀ ਦੇ ਖਿਲਾਫ ਹਰ ਇੱਕ ਨਾਗਰਿਕ ਦਾ ਰਾਈਟ ਬਣਦਾ ਕਿ ਉਹ ਪ੍ਰੋਟੈਸਟ ਕਰੇ, ਉਹ ਕਰਨਾ ਵੀ ਚਾਹੀਦਾ, ਉਹਦੇ ਤੋਂ ਕੋਈ ਸਮੱਸਿਆ ਨਹੀਂ ਹੈ। ਹੁਣ ਸਮੱਸਿਆ ਕਿੱਥੇ ਆਉਂਦੀ ਹੈ ਕਿ ਜਦੋਂ ਆਟੇ ਦੇ ਵਿੱਚ ਲੂਣ ਪੈਂਦਾ। ਹੁਣ ਇਹ ਲੂਣ ਕੀ ਹੈ? ਲੂਣ ਹੈ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ, ਉਹ ਇਸ ਅੰਦੋਲਨ ਦੀ ਆੜ ਦੇ ਵਿੱਚ ਧਾਰਮਿਕ, ਜਾਤੀਏ ਔਰ ਜਿਹੜੇ ਹੈ ਦੇਸ਼ ਦੇ ਖਿਲਾਫ
ਦੰਗੇ ਭੜਕਾਉਣ ਦੀਆਂ ਸਾਜ਼ਿਸ਼ਾਂ ਲਗਾਤਾਰ ਕਰ ਰਹੀਆਂ। ਹੁਣ ਜੇ ਵਿਸ਼ਾਲ ਜੂੜ ਦੀ ਗੱਲ ਕਰੀਏ, ਵਿਸ਼ਾਲ ਜੂੜ ਐ ਨਾ ਸਮਝੋ ਕਿ ਇੱਕ ਇਨਸੀਡੈਂਟ ਸੀ, ਉਹ ਹੋ ਗਿਆ। ਇਹਦੀ ਚਿੰਗਾਰੀ ਬਹੁਤ ਦੇਰ ਦੀ ਜਿਹੜੀ ਹੈ ਉਹ ਚੱਲ ਰਹੀ ਸੀ। ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਹੈਰਿਸ ਪਾਰਕ ਦੀ ਘਟਨਾ, ਜਿੱਥੇ ਰਾਸ਼ਟਰਵਾਦੀਆਂ ਨੇ ਖਾਲਿਸਤਾਨੀਆਂ ਨੂੰ ਉੱਥੇ ਠੋਕਿਆ ਸੀ। ਕਾਫੀ ਵੀਡੀਓ ਵਾਇਰਲ ਹੋਈ ਸੀ। ਜੱਸੀ ਨਾਮ ਦਾ ਲੜਕਾ ਜਿਹੜਾ ਟਾਈਮ ਪਾਉਣ ਨੂੰ ਫਿਰਦਾ ਸੀ, ਉਹ ਟਾਈਮ ਪਾਇਆ ਗਿਆ ਹੈਰਿਸ ਪਾਰਕ 'ਚ। ਉੱਥੇ ਉਹ ਆਏ, ਉੱਥੇ ਵੀਡੀਓ ਵਾਇਰਲ ਹੋਈਆਂ ਕਿ ਉਸ ਜੱਸੀ ਨੂੰ ਉੱਥੇ ਚੰਗੀ ਤਰ੍ਹਾਂ ਮਾਰਿਆ ਕੁੱਟਿਆ ਗਿਆ। ਇਹ ਲੜਕਿਆਂ ਦੀ ਆਪਸੀ ਰੰਜਿਸ਼, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਛੋਟੀ ਭਾਸ਼ਾ ਦੇ ਵਿੱਚ ਜਾਂ ਗੈਂਗਵਾਰ ਦਾ ਨਾਮ ਦੇ ਦਿਓ, ਜਾਂ ਦੋ ਅਲੱਗ-ਅਲੱਗ ਵਿਚਾਰਧਾਰਾਵਾਂ ਦਾ ਟਕਰਾਵ ਦੱਸ ਦਿਓ। ਹੁਣ ਜਿਹੜੀ ਵਿਸ਼ਾਲ ਜੂੜ ਵਾਲੀ ਸੋਚ ਹੈ, ਉਹਨਾਂ ਦਾ ਕੀ ਕਹਿਣਾ, ਸਾਨੂੰ ਇੱਥੇ ਆਉਣਾ ਪੈਣਾ। ਜਿਹੜੇ ਵਿਸ਼ਾਲ ਜੂੜ ਵਾਲੀ ਸੋਚ ਹੈ ਉਹ ਹੈ ਰਾਸ਼ਟਰਵਾਦੀ। ਉਹ ਕਹਿੰਦੇ ਆ ਤੁਸੀਂ ਖਾਲਿਸਤਾਨ ਦੀ ਮੰਗ ਕਰੋ, ਸਾਨੂੰ ਕੋਈ ਸਮੱਸਿਆ ਨਹੀਂ ਹੈ, ਲੇਕਿਨ ਤੁਸੀਂ ਖਾਲਿਸਤਾਨ ਦੀ ਆੜ ਦੇ ਵਿੱਚ ਜੇ ਸਾਡੇ ਦੇਸ਼ ਦੇ ਤਿਰੰਗੇ ਦਾ ਅਪਮਾਨ ਕਰੋਗੇ, ਅਸੀਂ ਉਹ ਚੀਜ਼ ਬਰਦਾਸ਼ਤ ਕਦੀ ਨਹੀਂ ਕਰਾਂਗੇ। ਕਿਉਂਕਿ ਇਹ ਜਿਹੜਾ ਤਿਰੰਗਾ, ਇਹ ਸਾਡੇ ਪੁਰਖਾਂ ਦੀਆਂ ਦਿੱਤੀਆਂ ਹੋਈਆਂ ਸ਼ਹਾਦਤਾਂ ਸਦਕਾ ਸਾਨੂੰ ਮਿਲਿਆ। ਅੱਜ ਸਾਡਾ ਦੇਸ਼ ਇਸ ਤਿਰੰਗੇ ਦੀ ਆਨ ਬਾਨ ਸ਼ਾਨ ਲਈ ਮਰ ਮਿਟਣ ਨੂੰ ਤਿਆਰ ਹੈ। ਸਾਡੇ ਦੇਸ਼ ਦੀ ਸੈਨਾ 50 ਡਿਗਰੀ ਟੈਂਪਰੇਚਰ 'ਚ ਜਾਂ -20 ਡਿਗਰੀ ਟੈਂਪਰੇਚਰ ਦੇ ਵਿੱਚ ਦਿਨ ਰਾਤ ਡਿਊਟੀ ਕਰਕੇ ਇਸ ਤਿਰੰਗੇ ਦੀ ਹਿਫਾਜ਼ਤ ਦੇ ਵਿੱਚ ਦਿਨ ਰਾਤ ਲੱਗੀਆਂ ਰਹਿੰਦੀਆਂ। ਹੁਣ ਇੱਕ ਰਾਸ਼ਟਰਵਾਦੀ ਇਹ ਕਿਸ ਤਰ੍ਹਾਂ ਬਰਦਾਸ਼ਤ ਕਰ ਲਵੇ ਕਿ ਉਹਦੇ ਦੇਸ਼ ਦਾ ਤਿਰੰਗਾ, ਜਿਹੜਾ ਉਹਦੇ ਪੁਰਖਾਂ ਦੇ ਖੂਨ ਦੇ ਨਾਲ ਸਿੰਚਿਆ ਗਿਆ, ਉਹਦਾ ਕੋਈ ਅਪਮਾਨ ਕਰੇ, ਉਹਨੂੰ ਪੈਰਾਂ 'ਚ ਰੋਲੇ, ਉਹਦੇ ਉੱਪਰ ਥੁੱਕੇ, ਉਹਨੂੰ ਅੱਗ ਲਗਾ ਦੇਵੇ, ਇਹ ਕਿਸ ਤਰ੍ਹਾਂ ਕੋਈ ਬਰਦਾਸ਼ਤ ਕਰੇਗਾ। ਹੁਣ ਇਹ ਜਿਹੜੀ ਵਿਸ਼ਾਲ ਜੂੜ ਵਾਲੀ ਘਟਨਾ, ਇਹ ਤੇ ਸਿੰਪਲ ਹਰ ਕਿਸੇ ਨੂੰ ਪਤਾ। ਚਲੋ ਮੈਂ ਸੰਖੇਪ ਦੇ ਵਿੱਚ ਇਹਨੂੰ ਮੈਂ ਦੱਸ ਦਿੰਦਾ ਵਾਂ। ਇੱਕ ਪ੍ਰੋਟੈਸਟ ਹੋ ਰਿਹਾ ਕਿਸਾਨੀ ਕਾਨੂੰਨਾਂ ਦੇ ਖਿਲਾਫ, ਕੋਈ ਗੱਲ ਨਹੀਂ, ਹੋਈ ਜਾਵੇ, ਪਰ ਉਹਦੇ ਵਿੱਚ ਜਿਹੜਾ ਭਾਰਤ ਦੇ ਖਿਲਾਫ, ਦੇਸ਼ ਦੇ ਖਿਲਾਫ ਜਿਹੜੇ ਨਾਅਰੇ ਲੱਗ ਰਹੇ ਆ, ਉਹ ਕੌਣ ਬਰਦਾਸ਼ਤ ਕਰੂਗਾ? ਕਿਹੜਾ ਰਾਸ਼ਟਰਵਾਦੀ ਬਰਦਾਸ਼ਤ ਕਰੂਗਾ? ਤੁਸੀਂ ਮੋਦੀ ਦੇ ਖਿਲਾਫ ਤੁਸੀਂ ਪ੍ਰੋਟੈਸਟ ਕਰੋ, ਨਾਅਰੇ ਲਗਾਓ। ਤੁਸੀਂ ਇਸ ਕਾਨੂੰਨਾਂ ਦੇ ਖਿਲਾਫ, ਤੁਸੀਂ ਭਾਰਤ ਸਰਕਾਰ ਦੇ ਖਿਲਾਫ, ਭਾਰਤ ਸਰਕਾਰ, ਭਾਰਤ ਅਲੱਗ ਹੈ, ਸਰਕਾਰ ਅਲੱਗ ਹੈ, ਭਾਰਤ ਸਰਕਾਰ ਦੇ ਖਿਲਾਫ ਤੁਸੀਂ ਨਾਅਰੇ ਲਗਾਓ। ਭਾਰਤ ਦੇ ਖਿਲਾਫ ਨਾਅਰੇ ਤੁਸੀਂ ਕਿਸ ਤਰ੍ਹਾਂ ਲਗਾ ਸਕਦੇ ਹੋ? ਜਿੰਨੀ ਦੇਰ ਤੇ ਤੱਕ ਤੁਸੀਂ ਇੰਡੀਆ 'ਚ ਹੁੰਦੇ ਹੋ, ਥਾਂ ਥਾਂ ਤੇ ਤੁਸੀਂ ਪਾਸਪੋਰਟ ਦਫ਼ਤਰਾਂ ਤੇ ਇਨਕੁਆਰੀਆਂ ਦੇ ਆਪਣੀਆਂ ਸਾਰਾ ਕੁਝ ਕਰਵਾਉਣ ਵਾਸਤੇ ਤੁਸੀਂ ਬਾਹਰ ਜਾਣ ਵਾਸਤੇ ਤਰਲੋ ਮੱਛੀ ਹੋਈ ਫਿਰਦੇ ਹੋ। ਜਿੱਦਾਂ ਹੀ ਤੁਸੀਂ ਵਿਦੇਸ਼ ਦੀ ਧਰਤੀ ਤੇ ਉਤਰਦੇ ਹੋ, ਤੁਹਾਨੂੰ ਇਹ ਦੇਸ਼ ਗੰਦਾ ਲੱਗਣ ਲੱਗ ਪੈਂਦਾ, ਤੁਹਾਨੂੰ ਇਹ ਦੇਸ਼ ਜਿਹੜਾ ਧੱਕਾ ਕਰਨ ਵਾਲਾ ਲੱਗਣ ਲੱਗ ਪੈਂਦਾ। ਬੜੀ ਮਾੜੀ ਮਾਨਸਿਕਤਾ ਹੈ। ਮੈਂ ਕਦੀ ਵੀ ਹਰ ਕਿਸੇ ਨੂੰ, ਜਿਹੜੇ ਮੈਨੂੰ ਜਾਣਦੇ ਉਹਨਾਂ ਨੂੰ ਪਤਾ ਕਿ ਮੈਂ ਕਦੀ ਖਾਲਿਸਤਾਨ ਦਾ ਨਾਮ ਲੈਣ ਵਾਲਿਆਂ ਦਾ ਵਿਰੋਧ ਨਹੀਂ ਕੀਤਾ। ਮੇਰਾ ਵਿਰੋਧ ਉੱਥੇ ਸ਼ੁਰੂ ਹੁੰਦਾ ਜਦੋਂ ਮੇਰੇ ਦੇਸ਼ ਨੂੰ ਮਾੜਾ ਕਿਹਾ ਜਾਂਦਾ। ਤੇ ਸੋ ਇਹ ਜਿਹੜਾ ਆਸਟ੍ਰੇਲੀਆ ਦੇ ਵਿੱਚ ਘਟਨਾ ਘਟੀ ਹੈ ਵਿਸ਼ਾਲ ਜੂੜ ਵਾਲੀ, ਇਹ ਵਿਸ਼ਾਲ ਜੂੜ ਨੂੰ ਅੰਦਰ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹ ਵਿਸ਼ਾਲ ਜੂੜ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਇਹ ਇੱਕ ਵਿਚਾਰਧਾਰਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਔਰ ਉਸ ਵਿਚਾਰਧਾਰਾ ਦਾ ਨਾਮ ਹੈ ਰਾਸ਼ਟਰਵਾਦ। ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਇਹ ਦਿਖਾਣਾ ਚਾਹਿਆ ਕਿ ਜੋ ਉੱਥੇ ਹੈਰਿਸ ਪਾਰਕ ਦੇ ਵਿੱਚ ਹੋਇਆ, ਜਾਂ ਹੋਰ ਵੀ ਕਈ ਸਾਨੂੰ ਉੱਥੋਂ ਦੀਆਂ ਅਮਰੀਕਾ ਦੀਆਂ ਵੀ ਵੀਡੀਓ ਨਜ਼ਰ ਆਉਂਦੀਆਂ ਕਿ ਜਦੋਂ ਇਹ ਖਾਲਿਸਤਾਨੀਏ ਭਾਰਤ ਦੇ ਵਿਰੋਧ 'ਚ ਨਾਅਰੇ ਲਗਾਉਂਦੇ ਆ, ਤਿਰੰਗੇ ਦੀ ਬੇਅਦਬੀ ਕਰਦੇ ਆ, ਉੱਥੇ ਜਿਹੜੇ ਰਾਸ਼ਟਰਵਾਦੀ ਹੁੰਦੇ ਉਹ ਇਕੱਲੇ ਹੀ ਉੱਥੇ ਜਾ ਕੇ ਤਿਰੰਗਾ ਲਾ ਕੇ ਖੜ ਜਾਂਦੇ ਆ ਔਰ ਭਾਰਤ ਮਾਤਾ ਕੀ ਜੈ ਦੇ ਜੈਕਾਰੇ ਲਗਾਉਂਦੇ ਆ। ਹੁਣ ਜਿਹੜੇ ਵਿਦੇਸ਼ਾਂ ਦੇ ਕਾਨੂੰਨ ਹੈਗੇ ਆ, ਉਹਦੇ ਹਿਸਾਬ ਨਾਲ ਹਰ ਕਿਸੇ ਨੂੰ ਇਹ ਰਾਈਟ ਹੈ, ਵੈਸੇ ਆਪਣੇ ਦੇਸ਼ 'ਚ ਵੀ ਰਾਈਟ ਹੈ, ਉੱਥੇ ਇਹ ਰਾਈਟ ਹੈ ਕਿ ਕੋਈ ਵੀ ਬੰਦਾ ਇੱਕ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਬਿਨਾਂ ਵਾਇਲੈਂਟ ਕੀਤਿਆਂ ਉੱਥੇ ਆਪਣਾ ਪ੍ਰੋਟੈਸਟ ਕਰ ਸਕਦਾ। ਸੋ ਇਸ ਕਰਕੇ ਉੱਥੇ ਜਿਹੜੇ ਖਾਲਿਸਤਾਨੀ ਹੈ ਉਹ ਉਸ ਇਕੱਲੇ ਰਾਸ਼ਟਰਵਾਦੀ ਨੂੰ ਕਦੀ ਕੁਝ ਕਹਿ ਨਹੀਂ ਪਾਏ, ਜਿਸ ਕਰਕੇ ਰਾਸ਼ਟਰਵਾਦੀਆਂ ਦੇ ਵਿਦੇਸ਼ਾਂ ਦੇ ਵਿੱਚ ਹੌਸਲੇ ਖੁੱਲ੍ਹ ਗਏ। ਉਹ ਇੱਕ ਨੂੰ ਵੇਖ ਕੇ 4 ਹੋ ਗਏ, 4 ਨੂੰ ਵੇਖ ਕੇ 16 ਹੋ ਗਏ। ਜਗ੍ਹਾ ਜਗ੍ਹਾ ਜਿੱਥੇ ਵੀ ਖਾਲਿਸਤਾਨ ਦੇ ਹੱਕ ਦੇ ਵਿੱਚ ਔਰ ਭਾਰਤ ਦੇ ਵਿਰੋਧ ਦੇ ਵਿੱਚ ਨਾਅਰੇ ਲੱਗਦੇ ਸੀ, ਉੱਥੇ 4 ਰਾਸ਼ਟਰਵਾਦੀ ਝੰਡਾ ਲੈ ਕੇ ਚਲੇ ਜਾਂਦੇ ਸੀ। ਹੁਣ ਜਦੋਂ ਦੇਖਿਆ ਸਾਰਿਆਂ ਨੇ ਕਿ ਭਈ ਇਹ ਤਾਂ ਕੰਮ ਵਧੀ ਜਾ ਰਿਹਾ, 1 ਤੋਂ 4 ਹੋ ਗਏ, 4 ਤੋਂ 8 ਹੋ ਗਏ, ਇਹਨਾਂ ਨੇ ਕੀ ਕੀਤਾ ਕਿ ਉਸ ਰਾਸ਼ਟਰਵਾਦੀ ਸੋਚ ਨੂੰ ਦਬਾਉਣ ਵਾਸਤੇ ਵਿਸ਼ਾਲ ਜੂੜ ਨੂੰ ਇੱਕ ਜਰੀਆ ਬਣਾਇਆ, ਉਹਦੇ ਤੇ ਤਸ਼ੱਦਦ ਕਰਾਏ। ਦੇਖੋ ਆਸਟ੍ਰੇਲੀਆ ਵੀ ਇਨਸਾਨ ਹੀ ਵਸਦੇ ਆ। ਜੇ ਆਪਾਂ ਕਹੀਏ ਕਿ ਆਸਟ੍ਰੇਲੀਆ ਦਾ ਜਿਹੜਾ ਪ੍ਰਸ਼ਾਸਨ ਹੈ, ਉੱਥੋਂ ਦੀ ਜਿਹੜੀ ਪੁਲਿਸ ਹੈ ਉਹ ਕਰਪਟ ਨਹੀਂ ਹੈ ਤੇ ਇਹ ਝੂਠ ਹੈ, ਇਹ ਸਿੱਧੀ ਜੀ ਗੱਲ, ਕੋਈ ਦੁੱਧ ਦਾ ਧੋਤਾ ਨਹੀਂ ਹੁੰਦਾ। ਤੇ ਦੇਖਿਆ ਜਾਵੇ ਕਿ
ਇੱਥੇ ਖਾਲਿਸਤਾਨ ਦੀ ਜਿਹੜੀ ਉੱਥੇ ਪੋਜੀਸ਼ਨ ਆ ਬੜੀ ਸਟਰੋਂਗ ਹੈ, ਕਿਉਂਕਿ ਉਧਰੋਂ ਦੇਖਿਆ ਜਾਵੇ ਪਾਕਿਸਤਾਨ ਤੋਂ ਉਹਨਾਂ ਨੂੰ ਬਹੁਤ ਸਪੋਰਟ ਮਿਲਦੀ ਹੈ, ਉਧਰੋਂ ਚਾਈਨਾ ਤੋਂ ਬਹੁਤ ਸਪੋਰਟ ਮਿਲਦੀ ਹੈ, ਪਲੱਸ ਜਿਹੜੇ ਹੋਰ ਦੇਸ਼ ਹੈ ਜਿਹੜੇ ਭਾਰਤ ਦੇ ਵਿਰੋਧੀ ਆ, ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਆ, ਭਾਰਤ ਨੂੰ ਜਿਹੜੇ ਹੈਗੇ ਮਹਾਸ਼ਕਤੀ ਬਣਨ ਤੋਂ ਰੋਕਣਾ ਚਾਹੁੰਦੇ ਆ, ਉਹ ਇਹ ਚੀਜ਼ਾਂ ਨੂੰ ਹਵਾ ਦਿੰਦੇ ਆ। ਉਹਨਾਂ ਨੇ ਹੀ ਇਹ ਸਾਰਾ ਕੁਝ ਕਰਾ ਕੇ ਜਿਹੜਾ ਇਹ ਵਿਸ਼ਾਲ ਜੂੜ ਦੇ ਉੱਪਰ ਝੂਠਾ ਮੁਕੱਦਮਾ ਦਰਜ ਕਰਾ ਕੇ ਪਿਛਲੇ 3 ਮਹੀਨਿਆਂ ਤੋਂ ਜੇਲ੍ਹ 'ਚ ਰੱਖਿਆ ਹੋਇਆ, ਔਰ ਉਹਨੂੰ ਉਹਦੇ ਪਰਿਵਾਰ ਦੇ ਨਾਲ ਵੀ ਨਹੀਂ ਮਿਲਣ ਦਿੱਤਾ ਜਾ ਮੈਂ ਰਿਹਾ। ਇਹਦੇ ਵਿੱਚ ਇੱਕ ਚੀਜ਼ ਪੁੱਛਣਾ ਚਾਹੁੰਦਾ ਹੈ ਕਿ ਚਲੋ ਉਹਨਾਂ ਦੀ ਸਰਕਾਰ ਉੱਥੇ ਸ਼ਰਾਰਤੀ ਅਨਸਰਸ ਜੋ ਵੀ ਹੈ ਤੁਹਾਡੇ ਕਹੇ ਮੁਤਾਬਕ ਜਿਨ੍ਹਾਂ ਨੇ ਜੋ ਕੀਤਾ ਸੋ ਕੀਤਾ, ਪਰ ਭਾਰਤੀ ਸਰਕਾਰ ਜਿਹੜੀ ਕਿ ਅੱਜ ਰਾਸ਼ਟਰਵਾਦੀ ਸਨਾਤਨ ਧਰਮ ਇਹ ਸਾਰੀਆਂ ਚੀਜ਼ਾਂ ਨੂੰ ਇੰਨਾ ਕਰ ਰਹੀ ਹੈ, ਇੱਕ ਸਟੂਡੈਂਟ ਸਾਡੇ ਇੰਡੀਅਨ ਸਟੂਡੈਂਟ ਨਾਲ, ਮੈਨੂੰ ਨਹੀਂ ਪਤਾ ਉਹ ਕਿਹੜੇ ਧਰਮ ਨਾਲ ਹੈ ਸਰ, ਇੰਡੀਅਨ ਸਟੂਡੈਂਟ ਦੀ ਮੈਂ ਗੱਲ ਕਰ ਰਿਹਾ, ਉਹਦੇ ਨਾਲ ਇੱਦਾਂ ਦੀ ਚੀਜ਼ ਹੋ ਰਹੀ ਹੈ ਤੇ ਭਾਰਤ ਦੀ ਸਰਕਾਰ ਕੀ ਕਰ ਰਹੀ ਹੈ? ਉਹਨਾਂ ਨੂੰ ਨਹੀਂ ਚਾਹੀਦਾ ਕਿ ਉਹ ਇਸ ਚੀਜ਼ 'ਤੇ ਬੋਲਣ? ਭਾਰਤ ਦੀ ਸਰਕਾਰ ਵੱਲੋਂ ਕੁਝ ਆ ਹੀ ਨਹੀਂ ਰਿਹਾ ਅੱਗੇ। ਇਸ ਹਿਸਾਬ ਨਾਲ ਇੱਕ ਯੂਥ, ਇੰਡੀਅਨ ਯੂਥ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਸ 'ਚ ਰਾਸ਼ਟਰਵਾਦਤਾ ਹੋਵੇ, ਰਾਸ਼ਟਰੀ ਧਰਮ ਹੋਵੇ, ਨੈਸ਼ਨੈਲਿਟੀ ਹੋਵੇ, ਉਹ ਕੀ ਇਹਦੇ ਇਹੋ ਜਿਹੇ ਬੱਚੇ ਨਾਲ, ਇੱਕ ਬੱਚੇ ਨਾਲ ਇੱਦਾਂ ਹੋਣ ਤੋਂ ਬਾਅਦ ਉਹ ਬਾਕੀ ਬੱਚਿਆਂ ਦਾ ਮੋਰਲ ਲੈਵਲ ਕਿੱਥੇ ਜਾਏਗਾ? ਹਾਂ, ਇਹ ਚੀਜ਼ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਵਾਂ ਕਿ ਰਾਸ਼ਟਰਵਾਦੀ ਸੋਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕੇਸ ਨੂੰ ਵੇਖ ਕੇ ਅਗਰ ਇਸ ਕੇਸ ਦੇ ਵਿੱਚ ਵਿਸ਼ਾਲ ਜੂੜ ਦੇ ਨਾਲ ਨਿਆਂ ਨਾ ਹੋਇਆ ਤੇ ਮੈਂ ਸਮਝਦਾ ਵਾਂ ਕਿ ਜਿਹੜੇ ਰਾਸ਼ਟਰਵਾਦੀ ਅੱਜ ਵਿਦੇਸ਼ਾਂ ਦੇ ਵਿੱਚ ਆਪਣੇ ਦੇਸ਼ ਦਾ ਆਪਣਾ ਤਿਰੰਗਾ ਜਿਹੜਾ ਉਹ ਬੁਲੰਦ ਕਰਦੇ ਨੇ, ਉਹਨਾਂ ਦੇ ਅੰਦਰ ਇੱਕ ਡਰ ਪਏਗਾ, ਉਹ ਇਸ ਚੀਜ਼ ਤੋਂ ਹਟ ਜਾਣਗੇ। ਵਿਸ਼ਾਲ ਜੂੜ ਦੀ ਐਗਜ਼ਾਮਪਲ ਉਹਨਾਂ ਤੇ ਹੋਏਗੀ। ਦੂਜੀ ਗੱਲ, ਮੈਂ ਉੱਥੇ ਆ ਹੀ ਰਿਹਾ ਸੀ, ਚਲੋ ਤੁਸੀਂ ਪੁੱਛ ਲਿਆ। ਦੂਜੀ ਗੱਲ ਕਰਦੇ ਆਪਾਂ ਭਾਰਤ ਸਰਕਾਰ ਦੀ। ਭਾਰਤ ਸਰਕਾਰ ਦਾ ਇਸ ਵੇਲੇ ਜੋ ਰਵੱਈਆ ਹੈ ਉਹ ਬਹੁਤ ਹੀ ਨਿੰਦਨੀय ਹੈ, ਬਹੁਤ ਹੀ ਟਾਲ ਮਟੋਲ ਵਾਲਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਰਹਾ ਕਿ ਟਵਿੱਟਰ ਤੇ ਇਸ ਵੇਲੇ ਫ੍ਰੀ ਵਿਸ਼ਾਲ ਜੂੜ ਟ੍ਰੈਂਡ ਕਰ ਰਿਹਾ, ਟੌਪ ਟ੍ਰੈਂਡ ਕਰ ਰਿਹਾ, ਔਰ ਜਿਹੜੇ ਆਪਣੇ ਵਿਦੇਸ਼ ਮੰਤਰੀ ਹੈ ਜੈਰਾਮ ਜੀ, ਉਹਨਾਂ ਨੂੰ ਵੀ ਟੈਗ ਕਰਕੇ, ਪਲੱਸ ਜਿਹੜੇ ਆਸਟ੍ਰੇਲੀਆ ਦੇ ਵਿੱਚ ਭਾਰਤੀ ਅੰਬੈਸਡਰ ਹੈ ਉਹਨਾਂ ਨੂੰ ਵੀ ਹੈਸ਼ਟੈਗ ਕਰਕੇ ਇਸ ਚੀਜ਼ ਦੀ ਬਹੁਤ ਵੱਡੇ ਪੱਧਰ ਦੇ ਉੱਤੇ, ਬਹੁਤ ਵੱਡੇ ਪੱਧਰ ਦੇ ਉੱਪਰ ਮੰਗ ਕੀਤੀ ਜਾ ਰਹੀ ਹੈ ਕਿ ਵਿਸ਼ਾਲ ਜੂੜ ਨੂੰ ਰਿਹਾ ਕਰਵਾਉਣ ਵਾਸਤੇ, ਉਹਨੂੰ ਨਿਆਂ ਦੇਣ ਵਾਸਤੇ ਭਾਰਤੀ ਜਿਹੜੀ ਸਰਕਾਰ ਹੈ, ਭਾਰਤ ਦਾ ਜਿਹੜਾ ਵਿਦੇਸ਼ ਮੰਤਰਾਲਾ ਹੈ, ਉਹ ਜਲਦੀ ਤੋਂ ਜਲਦੀ ਉਹਨੂੰ ਉਹਦੇ ਵਿੱਚ ਦਖਲ ਦੇਵੇ, ਆਸਟ੍ਰੇਲੀਆਈ ਗੌਰਮੈਂਟ ਦੇ ਉੱਪਰ ਪ੍ਰੈਸ਼ਰ ਬਣਾਵੇ। ਹਾਂ, ਜੇ ਉਹਦੇ ਵਿੱਚ ਕਿਸੇ ਦੇ ਉੱਪਰ ਕੋਈ ਧਾਰਾਵਾਂ ਲੱਗੀਆਂ ਉਹਨੂੰ ਬੇਲ ਤੇ ਦਿਓ, ਤੁਸੀਂ ਉਹ ਆਪਣੇ ਆਪ ਨੂੰ ਆਪਣਾ ਪੱਖ ਤੇ ਰੱਖ ਸਕੇ। ਤੁਸੀਂ ਇੱਕ ਬੰਦੇ ਨੂੰ ਜਿਹੜਾ ਉੱਥੇ ਵਿਚਾਰਾ ਇਕੱਲਾ ਉਹਨੂੰ ਤੁਸੀਂ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ, ਇਹ ਕਿਹੜਾ ਹਿਊਮਨ ਰਾਈਟ ਹੈ? ਇਹ ਕਿਹੜਾ ਮਾਨਵਾਧਿਕਾਰ ਹੈ? ਅਗਲੇ ਨੂੰ ਆਪਣੀ ਸਫਾਈ ਪੇਸ਼ ਕਰਨ ਦਾ, ਆਪਣੇ ਹੱਕ ਦੇ ਵਿੱਚ ਸਬੂਤ ਦੇਣ ਦਾ ਮੌਕਾ ਤੇ ਦੇਵੋ। ਇਹ ਤੇ ਆਸਟ੍ਰੇਲੀਆ ਗੌਰਮੈਂਟ ਤੇ ਆਹ ਕੰਮ ਕਰਦੀ ਪਈ ਹੈ ਜਿੱਦਾਂ ਇੱਥੇ ਸਾਡੇ ਅੰਗਰੇਜ਼ ਕਰਦੇ ਰਹੇ ਆ, ਨਾ ਕੋਈ ਉਹਦੇ ਵਿੱਚ ਸੁਣਵਾਈ, ਨਾ ਕੋਈ ਬਹਿਸ, ਨਾ ਕੋਈ ਲੈਣਾ, ਨਾ ਕੋਈ ਦੇਣਾ, ਚੱਕ ਕੇ ਜੇਲ੍ਹ 'ਚ ਪਾਤਾ, ਚੱਕ ਕੇ ਫਾਂਸੀ ਤੇ ਟੰਗਤਾ। ਹੁਣ ਵੀ ਮੈਨੂੰ ਇਹੀ ਸੁਣਨ 'ਚ ਆ ਰਿਹਾ ਕਿ ਉਸ ਲੜਕੇ ਨੂੰ ਡਿਪੋਰਟ ਕਰਨ ਦੇ ਵੀ ਉਪਰਾਲੇ ਹੋ ਰਹੇ ਆ ਕਿ ਆਸਟ੍ਰੇਲੀਆ ਤੋਂ ਉਹਨਾਂ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਏਗਾ, ਔਰ ਲਾਈਫ ਦੇ ਵਿੱਚ ਉਹ ਇੰਡੀਆ ਤੋਂ ਬਾਹਰ ਕਿਸੇ ਵੀ ਦੇਸ਼ ਦੀ ਵਿੱਚ ਯਾਤਰਾ ਨਹੀਂ ਕਰ ਸਕੇਗਾ। ਸੋ ਉਹ ਸਟੂਡੈਂਟ ਦਾ ਜਿਹੜਾ ਜ਼ਿੰਦਗੀ ਹੈ ਔਰ ਉਹਦਾ ਜਿਹੜਾ ਫਿਊਚਰ ਹੈ ਉਹ ਇਸ ਵੇਲੇ ਖਤਮ ਹੋਣ ਦੇ ਕਗਾਰ ਤੇ ਹੈ। ਪਲੱਸ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ ਕਿ ਰਾਸ਼ਟਰਵਾਦੀ ਸੋਚ ਨੂੰ ਖਤਮ ਕਰਨ ਦੀ ਇਹ ਸਾਜ਼ਿਸ਼ ਕੀਤੀ ਜਾ ਰਹੀ ਹੈ, ਔਰ ਮੈਂ ਸਮਝਦਾ ਵਾਂ ਕਿ ਭਾਰਤ ਸਰਕਾਰ ਨੂੰ ਇਹਦਾ ਜਿੰਨੀ ਜਲਦੀ ਹੋ ਸਕੇ ਇਹਦਾ ਸੰਗਿਆਨ ਲੈਣਾ ਚਾਹੀਦਾ। ਮੈਂ ਮੋਦੀ ਜੀ ਦਾ ਫੈਨ ਆ, ਮੈਂ ਮੋਦੀ ਜੀ ਦੀ ਬਹੁਤ ਰਿਸਪੈਕਟ ਕਰਦਾ, ਪਰ ਮੈਂ ਮੋਦੀ ਜੀ ਨੂੰ ਇਹ ਬੇਨਤੀ ਦੋਨੋਂ ਹੱਥ ਜੋੜ ਕੇ ਕਰਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਕਿ ਔਰ ਨਾਲ ਜਿਹੜੇ ਜੈ ਸ਼ੰਕਰ ਜੀ ਹੈ, ਜਿਹੜੇ ਸਾਡੇ ਵਿਦੇਸ਼ ਮੰਤਰੀ ਆ, ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਪਲੀਜ਼ ਇਸ ਰਾਸ਼ਟਰਵਾਦੀ ਸੋਚ ਨੂੰ ਮਰਨ ਤੋਂ ਬਚਾਓ, ਔਰ ਉਸ ਨਿਰਦੋਸ਼ ਬੱਚੇ ਨੂੰ ਜਿਹਦੇ ਅੰਦਰ ਰਾਸ਼ਟਰਵਾਦ, ਤਿਰੰਗੇ ਪ੍ਰਤੀ ਪ੍ਰੇਮ ਕੁੱਟ-ਕੁੱਟ ਕੇ ਭਰਿਆ ਹੋਇਆ, ਉਹਨੂੰ ਆਜ਼ਾਦ ਕਰਵਾਉਣ ਦੇ ਵਿੱਚ ਉਪਰਾਲੇ ਕਰੋ। ਨਹੀਂ ਤੇ 56 ਇੰਚ ਦੀ ਛਾਤੀ ਜਿਹੜੀ ਹੈ ਇਹ ਕਿਤੇ ਨਾ ਕਿਤੇ ਤੁਹਾਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਕੇ ਆਏਗੀ। ਸੋ ਮੇਰੀ ਹੰਬਲ ਰਿਕੁਐਸਟ ਹੈ ਭਾਰਤ ਸਰਕਾਰ ਨੂੰ, ਔਰ ਮੇਰੀ ਭਾਰਤ ਦੇ ਹਰ ਇੱਕ ਰਾਸ਼ਟਰਵਾਦੀ ਨੂੰ ਅਪੀਲ ਹੈ ਕਿ ਉੱਠੋ, ਜਾਗੋ ਔਰ ਚਲੋ, ਔਰ ਵਿਸ਼ਾਲ ਜੂੜ ਨੂੰ ਰਿਹਾ ਕਰਵਾਉਣ ਵਾਸਤੇ ਇਸ ਮੁਹਿੰਮ ਦਾ ਹਿੱਸਾ ਬਣੋ। ਤੇ ਗੱਲਬਾਤ ਕਰਦੇ ਹਾਂ ਅਮਿਤ ਜੀ ਨਾਲ। ਅਮਿਤ ਜੀ, ਤੁਸੀਂ ਕੀ ਉੱਚ ਕਹਿਣਾ ਚਾਹੋਗੇ? ਸਰ, ਇਹਦੇ ਵਿੱਚ ਮੇਰੇ ਜੋ ਵਿਚਾਰ ਨੇ, ਮੈਂ ਇੱਕ ਚੀਜ਼ ਦੇਖੀ ਕਿ ਜਦੋਂ ਕਿਸਾਨ ਮੋਰਚੇ ਤੋਂ ਬਾਅਦ ਇਹ ਫਲੈਗ ਵਾਲਾ ਜੋ ਇਨਸੀਡੈਂਟ ਹੋਇਆ, ਇਸ ਤੋਂ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ 3 ਤੋਂ 4 ਮਹੀਨੇ ਬਾਅਦ 23 ਅਪ੍ਰੈਲ ਨੂੰ ਨਿਊ ਸਾਊਥ ਵੇਲਸ ਦੀ ਪੁਲਿਸ ਉਹਨੂੰ ਅਰੈਸਟ ਕਰਦੀ ਹੈ ਬਿਨਾਂ ਕਿਸੇ ਵੀ ਕ੍ਰਾਈਮ ਤੋਂ।
ਉਹਨਾਂ ਦਾ ਕਹਿਣਾ ਵਾ ਵੀ ਇਹਦੇ ਕੋਲੋਂ ਹਥਿਆਰ ਮਿਲੇ ਨੇ, ਇਹਦੇ ਕੋਲੋਂ ਹਥਿਆਰ ਮਿਲੇ ਨੇ ਤੇ ਇਹ ਕਿਸੇ ਗੰਭੀਰ ਅਪਰਾਧ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਦੱਸੋ ਜੀ, ਨਾ ਉਹਨੇ ਕੋਈ ਅਪਰਾਧ ਕੀਤਾ, ਇਹ ਕਿੱਦਾਂ ਕਹਿ ਸਕਦੇ ਵੀ ਇਹ ਯੋਜਨਾ ਬਣਾ ਰਿਹਾ ਸੀਗਾ ਗੰਭੀਰ ਅਪਰਾਧ ਕਰਨ ਦੀ। ਨਿਊ ਸਾਊਥ ਵੈਲਸ ਪੁਲਿਸ ਨੇ ਉਹਨੂੰ ਚੱਕ ਕੇ ਅਰੈਸਟ ਕਰ ਲਿਆ। ਹੁਣ ਸਭ ਤੋਂ ਵੱਡੀ ਗੱਲ ਇਹ ਆ ਵੀ ਨਾ ਉਹਦਾ ਕੋਈ ਇਨਫੋਰਮਰ ਦੱਸਿਆ ਗਿਆ, ਨਾ ਹੀ ਉਹਦਾ ਕੋਈ ਪੁਰਾਣਾ ਕੋਈ ਹਿਸਟਰੀ ਦੱਸੀ ਗਈ ਵੀ ਹਾਂ ਇਹ ਕਿਸ ਤਰ੍ਹਾਂ ਇੱਥੇ ਕਿਹਦੇ ਨਾਲ ਸੀ, ਨਾ ਹੀ ਉਹ ਹਥਿਆਰਾਂ ਦਾ ਕੋਈ ਲਿੰਕ ਦੱਸਿਆ ਗਿਆ ਵੀ ਉਹਦੇ ਕੋਲ ਹਥਿਆਰ ਆਏ ਤਾਂ ਆਏ ਕਿੱਥੋਂ। ਇਹ ਸਭ ਇੱਕ ਝੂਠੀ ਸੋਚੀ ਸਮਝੀ ਸਾਜ਼ਿਸ਼ ਆ। ਸਿਰਫ ਇਹਨਾਂ ਨੇ ਆਪਣੇ ਨੰਬਰ ਬਣਾਉਣ ਦੇ ਚੱਕਰ 'ਚ ਇਸ ਮੁੰਡੇ ਨੂੰ ਅੰਦਰ ਕਰਤਾ, ਉਹਦੀ ਲਾਈਫ ਨਾਲ ਖੇਲ ਰਹੇ ਨੇ, ਜੋ ਕਿ ਸਰਾਸਰ ਗਲਤ ਆ। ਜਿਵੇਂ ਕਿ ਤੁਸੀਂ ਪਿੱਛੇ ਜੇ ਅਨਿਲ ਜੀ ਨੂੰ ਸਵਾਲ ਕੀਤਾ ਵੀ ਸਰਕਾਰ ਕੀ ਕਰ ਰਹੀ ਆ, ਬੀਜੇਪੀ ਨੇਤਾ ਬਬੀਤਾ ਫੋਗਾਟ ਜੀ ਨੇ ਵੀ ਇਸ ਸੰਬੰਧਿਤ ਇੱਕ ਲੈਟਰ ਪਾਈ ਆ ਸਰਕਾਰ ਨੂੰ, ਤੇ ਸਰਕਾਰ ਬਹੁਤ ਜਲਦੀ ਇਹਦੇ ਵਿੱਚ ਆਪਣੀ ਇੰਟਰਵੈਂਸ਼ਨ ਕਰ ਰਹੀ ਹੈ ਤੇ ਜਲਦੀ ਹੀ ਇਹ ਮੁੰਡਾ ਬਾਹਰ ਆਊਗਾ ਭਾਰਤ ਸਰਕਾਰ ਦੀ ਸਪੋਰਟ ਦੇ ਨਾਲ। ਠੀਕ ਹੈ ਜੀ। ਇੱਕ ਵਾਰੀ ਫਿਰ ਅਨਿਲ ਜੀ ਨੂੰ ਪੁੱਛਾਂਗੇ ਕਿ ਫਾਈਨਲੀ ਇਹ ਮੰਗ ਕੀ ਕਰਦੇ ਜਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ, ਜਿਵੇਂ ਕਿ ਇਹਨਾਂ ਨੇ ਜਿਹੜੇ ਸਾਡੇ ਵਿਦੇਸ਼ ਮੰਤਰੀ ਤੋਂ ਵੀ ਇੱਕ ਮੰਗ ਕੀਤੀ ਹੈ, ਸੋ ਅਸੀਂ ਚਾਹਾਂਗੇ ਕਿ ਮੋਦੀ ਸਰਕਾਰ ਤੋਂ ਕੀ ਮੰਗ ਕਰਦੇ ਹੈ ਉਸ ਬੱਚੇ ਲਈ, ਜਾਂ ਆਮ ਜਨਤਾ ਨੂੰ ਕੀ ਮੰਗ ਕਰਦੇ ਆ, ਉਹ ਵੀ ਇੱਕ ਵਾਰੀ ਜ਼ਰੂਰ ਦੱਸਣ ਜੀ। ਇਸ ਤਰ੍ਹਾਂ ਕਿ ਭਾਰਤ ਸਰਕਾਰ ਕੋ ਤਾਂ ਇਹੀ ਮੰਗ ਹੈ ਕਿ ਜਿੰਨੀ ਜਲਦੀ ਹੋ ਸਕੇ ਉਸ ਲੜਕੇ ਨੂੰ ਰਿਹਾ ਕਰਾਉਣ ਦੇ ਜਿਹੜੇ ਹੈ ਉਪਰਾਲੇ ਕੀਤੇ ਜਾਣ। ਬੜੇ ਹੀ ਅਫਸੋਸ ਦੀ ਗੱਲ ਹੈ ਕਿ 3 ਮਹੀਨੇ ਹੋ ਗਏ ਉਸ ਲੜਕੇ ਨੂੰ ਅੰਦਰ, ਜੋ ਸੁਣਨ 'ਚ ਆ ਰਿਹਾ ਕਿ ਉਹਦੇ ਵਿੱਚ ਬਹੁਤ ਹੀ ਅਮਾਨਵੀय ਵਿਵਹਾਰ ਹੋ ਰਿਹਾ, ਉਹਨੂੰ ਫਿਜ਼ੀਕਲ ਚੋਟ ਪਹੁੰਚਾਈ ਜਾ ਰਹੀ ਹੈ। ਤੇ ਸੋ 3 ਮਹੀਨੇ ਬਹੁਤ ਵੱਡਾ ਸਮਾਂ ਹੈਗਾ ਔਰ ਭਾਰਤ ਸਰਕਾਰ ਨੂੰ ਹੁਣ ਜਾਗ ਜਾਣਾ ਚਾਹੀਦਾ। ਕਾਫੀ ਦੇਰ ਹੋ ਗਈ ਹੈ ਔਰ ਮੈਂ ਸਮਝਦਾ ਵਾਂ ਕਿ ਅੱਜ ਦੀ ਡੇਟ ਦੇ ਵਿੱਚ ਪੂਰਾ ਦੇਸ਼, ਪੂਰਾ ਰਾਸ਼ਟਰ ਉਸ ਲੜਕੇ ਦੇ ਨਾਲ ਖੜਾ, ਉਸ ਸੋਚ ਦੇ ਨਾਲ ਖੜਾ, ਉਸ ਵਿਚਾਰਧਾਰਾ ਦੇ ਨਾਲ ਖੜਾ, ਉਸ ਤਿਰੰਗੇ ਦੇ ਨਾਲ ਖੜਾ ਹੈ। ਔਰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਅਸੀਂ ਪੰਜਾਬ ਦੇ ਵਿੱਚ ਵੀ ਇੱਕ ਇਹੋ ਜਿਹੀ ਮੁਹਿੰਮ ਸ਼ੁਰੂ ਕਰਾਂਗੇ, ਬਹੁਤ ਜਲਦ ਸ਼ੁਰੂ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਆਉਣ ਵਾਲੇ ਦਿਨਾਂ ਦੇ ਵਿੱਚ 1-2 ਦਿਨਾਂ ਦੇ ਵਿੱਚ ਹੀ ਪਹਿਲੇ ਅਸੀਂ ਉਸ ਲੜਕੇ ਦੇ, ਉਸ ਰਾਸ਼ਟਰਵਾਦੀ ਸਾਡੇ ਛੋਟੇ ਵੀਰ ਦੇ ਅਸੀਂ ਘਰ ਜਾ ਰਹੇ ਹਾਂ। ਉਹਨਾਂ ਦੇ ਕੁਝ ਦਿਨਾਂ ਦੇ ਵਿੱਚ ਉਹਦੇ ਮਾਪਿਆਂ ਨੂੰ, ਉਹਦੀ ਫੈਮਿਲੀ ਨੂੰ ਮਿਲਾਂਗੇ ਔਰ ਉਹਨਾਂ ਨੂੰ ਪੂਰਾ ਉਹਨਾਂ ਨੂੰ ਦਿਲਾਸਾ ਦੇਵਾਂਗੇ ਔਰ ਉਹਨਾਂ ਨੂੰ ਠੋਕ ਕੇ ਕਵਾਂਗੇ ਕਿ ਪੂਰਾ ਦੇਸ਼ ਤੁਹਾਡੇ ਨਾਲ ਖੜਾ ਹੈ, ਕਿ ਤੁਸੀਂ ਘਬਰਾਉਣ ਦੀ ਕੋਸ਼ਿਸ਼ ਨਾ ਕਰੋ। ਯੋਧੇ ਜਿਹੜੇ ਆ ਉਹ ਬਹੁਤ ਘੱਟ ਘਰਾਂ ਦੇ ਵਿੱਚ ਪੈਦਾ ਹੁੰਦੇ ਆ ਤੇ ਤੁਹਾਡਾ ਘਰ ਖੁਸ਼ਕਿਸਮਤ ਹੈ ਕਿ ਤੁਸੀਂ ਇੱਕ ਵੀਰ, ਇੱਕ ਯੋਧਾ, ਇੱਕ ਦੇਸ਼ ਨਾਲ ਪਿਆਰ ਕਰਨ ਵਾਲਾ ਜਿਹੜਾ ਉਹ ਤੁਸੀਂ ਪੁੱਤਰ ਜੰਮਿਆ ਔਰ ਅਸੀਂ ਤੁਹਾਡੇ ਅੱਗੇ ਨਤਮਸਤਕ ਹਾਂ ਔਰ ਹਮੇਸ਼ਾ ਹਰ ਤਰ੍ਹਾਂ ਦੀ ਮਦਦ ਲਈ ਤੁਹਾਡੇ ਲਈ ਹਾਜ਼ਰ ਹਾਂ। ਦੂਸਰੀ ਗੱਲ, ਅਸੀਂ ਜਲਦੀ ਹੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਵੀ ਇਸ ਚੀਜ਼ ਦੀ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਵਾਸਤੇ ਅਸੀਂ ਇੱਕ ਹਸਤਾਖਰ ਅਭਿਆਨ ਹਸਤਾਖਰ ਅਭਿਆਨ ਆਪਾਂ ਬਹੁਤ ਜਲਦੀ ਸ਼ੁਰੂ ਕਰ ਰਹੇ ਹਾਂ, ਜਿਹਦੇ ਵਿੱਚ ਜਸਟ ਫ੍ਰੀ ਵਿਸ਼ਾਲ ਜੂਡ ਇਸ ਨਾਮ ਦਾ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ ਔਰ ਉਮੀਦ ਕਰਾਂਗੇ ਕਿ ਪੰਜਾਬ ਦੇ ਵਿੱਚ ਸਾਨੂੰ ਕਾਫੀ ਅੱਛਾ ਰਿਸਪੌਂਸ ਮਿਲੇਗਾ। ਦੂਸਰੀ ਗੱਲ, ਇੱਕ ਹੋਰ ਚੀਜ਼ ਕਹਾਂਗਾ ਜਿਹੜੀ ਬਹੁਤ ਹੀ ਕਹਿਣ ਵਾਲੀ ਹੈ ਕਿ ਬੇਨਤੀ ਕਰਾਂਗਾ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਦੋਨੋਂ ਹੱਥ ਜੋੜ ਕੇ, ਆਪਣੇ ਅੰਨਦਾਤਾ ਨੂੰ ਮੈਂ ਬੇਨਤੀ ਕਰਾਂਗਾ, ਚਾਹੇ ਉਹ ਹਰਿਆਣਾ ਦੀਆਂ ਜਥੇਬੰਦੀਆਂ, ਚਾਹੇ ਉਹ ਯੂਪੀ ਦੀਆਂ ਜਥੇਬੰਦੀਆਂ, ਚਾਹੇ ਉਹ ਪੰਜਾਬ ਦੀਆਂ ਜਥੇਬੰਦੀਆਂ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਤੁਸੀਂ ਸਾਡੇ ਅੰਨਦਾਤਾ ਹੋ। ਤੁਸੀਂ ਇਸ ਅੰਦੋਲਨ ਦੇ ਵਿੱਚ ਜਦੋਂ ਦਾ ਇਹ ਚੱਲਿਆ, ਦਿੱਲੀ 26 ਨਵੰਬਰ ਦੇ ਬੈਠੇ ਹੋ, ਤੁਹਾਡੇ ਮੇਨ 2 ਜਿਹੜੇ ਨਾਅਰੇ ਆ ਉਹ ਬੜੇ ਫੇਮਸ ਹੋਏ ਆ। ਪਹਿਲਾ ਨਾਰਾ ਇਹ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਇੱਕ ਤੇ ਤੁਹਾਡਾ ਨਾਰਾ ਇਹ ਸੀ। ਦੂਸਰਾ ਨਾਰਾ ਇਹ ਸੀ ਕਿ ਹਰਿਆਣਾ ਪੰਜਾਬ ਦਾ ਛੋਟਾ ਭਾਈ ਹੈ ਔਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ। ਅੱਜ ਉਹੀ ਹਰਿਆਣੇ ਦਾ ਇੱਕ ਬੱਚਾ, ਅੱਜ ਉਹੀ ਤੁਹਾਡੇ ਛੋਟੇ ਭਰਾ ਦਾ ਇੱਕ ਬੱਚਾ ਤਸ਼ੱਦਦ ਝੇਲ ਰਿਹਾ, ਜਿਹਦੇ ਜ਼ਿੰਮੇਵਾਰ ਤੁਹਾਡਾ ਕਿਸਾਨ ਅੰਦੋਲਨ ਹੈ, ਉੱਥੋਂ ਦੇ ਪ੍ਰੋਟੈਸਟ ਕਰਨ ਵਾਲੇ ਲੋਕ ਹੈ। ਅੱਜ ਜ਼ਰੂਰਤ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਅੱਗੇ ਆ ਕੇ ਉਸ ਬੱਚੇ ਨੂੰ ਰਿਹਾ ਕਰਵਾਉਣ ਵਾਸਤੇ। ਆਸਟ੍ਰੇਲੀਆ ਦੇ ਵਿੱਚ ਬੈਠੇ ਜਿਹੜੇ ਖਾਲਿਸਤਾਨੀ ਹੈ ਜਾਂ ਆਸਟ੍ਰੇਲੀਆ ਦੇ ਵਿੱਚ ਬੈਠੇ ਜਿਹੜੇ ਲੋਕ ਜਿਨ੍ਹਾਂ ਨੇ FIR ਦਰਜ ਕਰਾਈ ਹੈ, ਉਹਨਾਂ ਨੂੰ ਅਪੀਲ ਕਰਨ, ਉਹਨਾਂ ਦੇ ਉੱਪਰ ਪ੍ਰੈਸ਼ਰ ਬਣਾਉਣ, ਕਿਉਂਕਿ ਮੈਂ ਸਮਝਦਾ ਵਾਂ ਕਿ ਉਹ ਜਿਹੜੀ ਵਿਚਾਰਧਾਰਾ ਉਹ ਕਿਸਾਨ ਜਥੇਬੰਦੀਆਂ ਦੇ ਕਹਿਣੇ 'ਚ ਹੈ। ਮੈਂ ਸਮਝਦਾ ਵਾਂ ਜੇ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਅਪੀਲ ਕਰਨਗੀਆਂ FIR ਵਾਪਸ ਲੈਣ ਦੀਆਂ ਤੇ ਉਹ ਲੈ ਲੈਣਗੇ। ਤੇ ਕਿਸਾਨ ਜਥੇਬੰਦੀਆਂ ਨੂੰ ਇਹ ਬੇਨਤੀ ਹੈ ਕਿ ਜੇ ਤੁਸੀਂ ਹਰਿਆਣਾ ਨੂੰ ਵਾਕਈ ਦਿਲੋਂ
ਆਪਣਾ ਛੋਟਾ ਭਰਾ ਸਮਝਦੇ ਹੋ ਤੇ ਤੁਸੀਂ ਉੱਥੇ ਆਸਟ੍ਰੇਲੀਆ 'ਚ ਬੈਠੇ ਹੋ ਉਹਨਾਂ ਖਾਲਿਸਤਾਨੀਆਂ ਨੂੰ ਅਪੀਲ ਕਰੋ ਜਾਂ ਆਰਡਰ ਕਰੋ, ਇਹ ਤੁਹਾਡੇ ਅਧਿਕਾਰ ਖੇਤਰ 'ਚ ਹੈ, ਤੁਹਾਨੂੰ ਪਤਾ ਤੁਸੀਂ ਕੀ ਕਰਨਾ ਹੈ ਕਿ ਉਸ ਲੜਕੇ ਦੇ ਉੱਪਰ ਪਰਚਾ ਵਾਪਸ ਲੈ, ਕਿਉਂਕਿ ਉਹ ਬੱਚਾ ਵੀ ਸਾਡਾ ਹੀ ਬੱਚਾ ਹੈ, ਪੂਰਾ ਹਰਿਆਣਾ ਸਾਡੇ ਨਾਲ ਖੜਾ ਹੈ। ਦੂਸਰੀ ਗੱਲ ਕਰ ਲਈਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਉਂਕਿ ਜੇ ਹਰਿਆਣਾ ਛੋਟਾ ਭਰਾ ਦੀ ਗੱਲ ਕਰੀਏ ਉਹ ਫਿਲਹਾਲ ਝੂਠੀ ਨਜ਼ਰ ਆਉਂਦੀ ਪਈ ਹੈ, ਸਿਰਫ ਇੱਕ ਸਿਆਸੀ ਨਾਰਾ, ਇੱਕ ਲਾਹਾ ਲੈਣ ਵਾਸਤੇ ਇਹ ਚੀਜ਼ ਸਮਝ ਆਉਂਦੀ ਪਈ ਹੈ, ਕਿਉਂਕਿ ਹਾਲੇ ਤੱਕ ਪੰਜਾਬ ਨੇ ਹਰਿਆਣਾ ਦੇ ਲਈ ਵੱਡੇ ਭਰਾ ਦਾ ਰੋਲ ਨਹੀਂ ਨਿਭਾਇਆ। ਹਾਲਾਂਕਿ ਹਰਿਆਣਾ ਆਪਣੇ ਵੱਡੇ ਭਰਾ ਲਈ ਪੂਰਾ ਰੋਲ ਨਿਭਾ ਚੁੱਕਾ ਹੈ। ਅੱਜ ਵਾਰੀ ਹੈ ਪੰਜਾਬ ਨੂੰ ਵੱਡਾ ਭਰਾ ਸਾਬਤ ਹੋਣ ਦੀ, ਔਰ ਉਹਨੂੰ ਚਾਹੀਦਾ ਕਿ ਇਹਨੂੰ ਕਰੇ। ਦੂਸਰਾ ਨਾਰਾ ਸੀ ਕਿ ਆਪਣਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਇਹ ਵੀ ਨਾਰਾ ਉਦੋਂ ਝੂਠਾ ਨਜ਼ਰ ਆਉਂਦਾ ਹੈ ਕਿ ਜਦੋਂ ਜਗ੍ਹਾ ਜਗ੍ਹਾ ਤੇ ਮੱਤੇ ਪਾਏ ਜਾ ਰਹੇ ਆ ਕਿ ਗਰੀਬ ਮਜ਼ਦੂਰਾਂ ਨੂੰ ਕਿ ਇਸ ਤੋਂ ਵੱਧ ਆਪਾਂ ਜਿਹੜੀ ਹੈ ਕਿੱਲੇ ਦਾ ਠੇਕਾ ਨਹੀਂ ਦੇਣਾ, ਇਸ ਤੋਂ ਵੱਧ ਆਪਾਂ ਦਿਹਾੜੀ ਨਹੀਂ ਦੇਣੀ, ਭਾਂਡੇ ਇਹਨਾਂ ਦੇ ਵੱਖਰੇ ਰੱਖਣੇ ਆ ਹੈਂ, ਔਰ ਉਸ ਤੋਂ ਬਾਅਦ ਖਾਣਾ ਖਾਣਗੇ ਤੇ ਇੰਨੇ ਪੈਸੇ ਲੱਗਣਗੇ। ਮਤਲਬ ਇਹੋ ਜਿਹੇ ਮੱਤੇ, ਤੁਗਲਕੀ ਮੱਤੇ ਜਿਹੜੇ ਆ ਉਹ ਮਜ਼ਦੂਰਾਂ ਵਾਸਤੇ ਪਾਏ ਜਾ ਰਹੇ ਆ, ਜਿਹਦੇ ਨਾਲ ਕਿਤੇ ਵੀ ਨਹੀਂ ਲੱਗਦਾ ਕਿ ਕਿਸਾਨ ਮਜ਼ਦੂਰ ਏਕਤਾ ਵਾਕਈ ਜਿੰਦਾਬਾਦ ਹੈ। ਮੈਂ ਸੰਦੀਪ ਜੀ ਤੁਹਾਨੂੰ ਵਾਰਨ ਕਰਨਾ ਚਾਹੁੰਦਾ ਵਾਂ, ਔਰ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਵਾਂ, ਸਪੈਸ਼ਲ ਵਾਰਨਿੰਗ ਦੇਣਾ ਚਾਹੁੰਦਾ ਵਾਂ, ਅਲਰਟ ਕਰਨਾ ਚਾਹੁੰਦਾ ਵਾਂ। ਬੇਨਤੀ ਹੈ ਆਪਣੇ ਮੂੰਹ ਹਿੰਦੁਸਤਾਨ ਵਰਡ ਨਾ ਯੂਜ਼ ਕਰੋ ਨਾਮ, ਕਿਉਂਕਿ ਇਸ ਨਾਮ ਤੋਂ ਵੀ ਬਹੁਤ ਜ਼ਿਆਦਾ ਦਿੱਕਤ ਹੈ। ਹੋ ਸਕਦਾ ਤੁਹਾਨੂੰ ਧਮਕੀਆਂ ਮਿਲਣ, ਹੋ ਸਕਦਾ ਤੁਹਾਡੇ ਲਈ ਕੋਈ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ ਜਾਵੇ। ਸੋ ਇੱਥੇ ਹਿੰਦੁਸਤਾਨ ਦੇ ਵਿੱਚ ਰਹਿ ਕੇ ਹਿੰਦੁਸਤਾਨ ਕਹਿਣਾ ਵੀ ਜੁਰਮ ਹੈ, ਇਸ ਚੀਜ਼ ਤੋਂ ਬਚੋ। ਸੋ ਬੇਸਿਕਲੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਇੱਕ ਹਿੰਦੁਸਤਾਨੀ ਬੱਚੇ ਦੀ ਗੱਲ ਹੈ, ਉਹਦੇ ਜੀਵਨ ਦੀ ਗੱਲ ਹੈ। ਉਹ ਬਾਅਦ ਚੋਂ ਕਿਸੇ ਹੋਰ ਧਰਮ ਨਾਲ ਰਿਲੇਟਡ ਆ, ਕੋਈ ਧਰਮ ਨਾਲ ਰਿਲੇਟਡ ਹੈ ਜਾਂ ਬਾਅਦ ਚੋਂ ਕਿਸੇ ਸਟੇਟ ਨਾਲ ਹੈ, ਪਰ ਇਹ ਵੀ ਇੱਕ ਬੜਾ ਦੁੱਖ ਲੱਗਿਆ ਇਹ ਦੋਨੋਂ ਲੋਕਾਂ ਤੋਂ, ਇਹਨਾਂ ਦੇ ਵਿਚਾਰ ਸੁਣ ਕੇ ਦੋਨੋਂ ਭਰਾਵਾਂ ਤੋਂ, ਕਿ ਅੱਜ ਇੰਟਰਨੈਸ਼ਨਲ ਲੈਵਲ 'ਤੇ ਵੀ ਸਾਨੂੰ ਕਿਸੇ ਹੋਰ ਤੋਂ ਡਰ ਨਹੀਂ ਹੈ, ਸਾਨੂੰ ਸਾਡੇ ਹੀ ਭਰਾਵਾਂ ਤੋਂ ਡਰ ਹੈ, ਜਿਹੜੇ ਸਾਡੇ ਉੱਥੇ ਭਰਾ ਹੈ। ਸਾਨੂੰ ਨਹੀਂ ਪਤਾ ਉਹ ਛੋਟੇ ਹੈ ਵੱਡੇ ਹੈ, ਸਾਨੂੰ ਨਹੀਂ ਪਤਾ ਉਹ ਖਾਲਿਸਤਾਨੀ ਹੈ ਉਹ ਕਿਉਂ ਹੈ, ਪਰ ਜੇ ਇੰਟਰਨੈਸ਼ਨਲ ਲੈਵਲ 'ਤੇ ਜਾ ਕੇ ਵੀ ਜੇ ਅਸੀਂ ਇਹੋ ਜਿਹੀਆਂ ਚੀਜ਼ਾਂ ਕਰਾਂਗੇ ਔਰ ਇਹੋ ਜਿਹੇ ਘਟਨਾਵਾਂ ਪੂਰੇ ਵਰਲਡ 'ਚ ਫੈਲਣਗੀਆਂ, ਕਿਉਂਕਿ ਸੋਸ਼ਲ ਮੀਡੀਆ ਦੇ ਥਰੂ ਟਰੈਂਡਿੰਗ ਕਿਤੇ ਵੀ ਬੈਠ ਕੇ ਪੂਰੇ ਵਰਲਡ 'ਚ ਹੋ ਸਕਦੀ ਹੈ। ਅਤੇ ਸਾਨੂੰ ਡਰ ਇਸ ਚੀਜ਼ ਤੋਂ ਨਹੀਂ ਹੈ ਕਿ ਅੱਜ ਕੀ ਹੋਇਆ, ਜੋ ਅੱਜ ਹੋਣਾ ਸੀ ਉਹ ਤਾਂ ਹੋ ਗਿਆ, ਉਹ ਤਾਂ ਸਰਕਾਰਾਂ ਸਾਂਭ ਲੈਣਗੀਆਂ। ਡਰ ਇਸ ਚੀਜ਼ ਤੋਂ ਹੈ ਕਿ ਇਹ ਨਾ ਹੋਵੇ ਇਸ ਚੀਜ਼ ਤੋਂ ਸਬਕ ਲੈ ਕੇ ਜਾਂ ਇਸ ਨੂੰ ਕੋਈ ਬੇਸ ਬਣਾ ਕੇ ਦੂਸਰੇ ਕੰਟਰੀ ਜਿਹੜੇ ਹੈਗੇ ਆ ਉਹ ਭਾਰਤੀ ਸਟੂਡੈਂਟਸ ਨੂੰ ਆਉਣ ਲਈ ਉਹਨਾਂ ਦੇ ਨੋਰਮਸ ਹੋਰ ਸਖਤ ਕਰ ਦੇਣ, ਜਾਂ ਉਹਨਾਂ ਦੇ ਕੋਈ ਕੈਟਾਗਰਾਈਜ਼ ਇੱਦਾਂ ਦੀਆਂ ਕਰ ਦੇਣ ਜਿਹੜੀ ਕਿ ਸਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਜ਼ਿਆਦਾ ਔਖੀ ਹੋ ਜਾਏ ਕਿ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਸਾਡੀ ਅਪਰੋਚ, ਸਾਡੀ ਸਾਖ ਵਿਗਾੜ ਸਕੇ। ਸੋ ਇਹ ਸੀ ਦੋ ਸੂਝਵਾਨ ਬੁੱਧੀਜੀਵੀਆਂ ਦੀ ਜੋ ਰਾਏ ਸੀਗੀ ਉਹ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਸੋ ਉਮੀਦ ਕਰਦੇ ਹਾਂ, ਆਸ਼ਾ ਕਰਦੇ ਹਾਂ ਕਿ ਭਾਰਤ ਸਰਕਾਰ ਬਹੁਤ ਜਲਦੀ ਆਪਣੀ ਸੂਝ-ਬੂਝਤਾ ਨਾਲ, ਆਪਣੇ ਰਿਸੋਰਸਿਸ ਨਾਲ ਉਸ ਬੱਚੇ ਦੇ ਜੀਵਨ ਨੂੰ ਅੰਧਕਾਰਮਈ ਹੋਣ ਤੋਂ ਬਚਾਏਗੀ ਅਤੇ ਉਹਨੂੰ ਬਹੁਤ ਜਲਦੀ ਆਪਣੇ ਮਾਂ-ਪਿਓ ਨਾਲ ਮਿਲਾਏਗੀ, ਅਤੇ ਇਸ ਕਦਮ ਦੇ ਰਾਹੀਂ ਕੋਈ ਚੰਗਾ ਕਦਮ, ਕੋਈ ਐਗਜ਼ਾਮਪਲ ਕ੍ਰੀਏਟ ਕਰਦੇ ਹੋਏ ਐਟਲੀਸਟ ਉਸ ਯੁਵਾ ਪੀੜ੍ਹੀ ਨੂੰ ਇੱਕ ਮੈਸੇਜ ਦੇਵੇਗੀ, ਉਹਨਾਂ ਨੂੰ ਬੂਸਟਅਪ ਕਰੇਗੀ ਕਿ ਉਹ ਕਿਤੇ ਵੀ ਰਹਿ ਕੇ ਆਪਣੇ ਜਿਹੜੇ ਰਾਸ਼ਟਰੀ ਧਵਜ ਦਾ ਜਿਹੜਾ ਹੈਗਾ ਸਨਮਾਨ ਜ਼ਰੂਰ ਕਰਨ, ਅਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ, ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ। ਇਹ ਸੀ ਸਾਡੀ ਅੱਜ ਦੀ ਰਿਪੋਰਟ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।